ਕਾਕੜਾ ਸਟੂਡੀਓ ਸੰਗਰੂਰ ਦੇਖ ਰਹੇ ਸਾਰੇ ਮਿੱਤਰਾਂ ਦਾ ਦਿਲੋਂ ਧੰਨਵਾਦ। ਕੁਝ ਕਿੱਸੇ ਕੁਝ ਸੰਵਾਦ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਉਸ ਪਿਕਚਰ ਦੀ ਜਿਸ ਨੇ ਪਿਛਲੇ 46 ਸਾਲਾਂ ਤੋਂ 46 ਈਅਰ ਤੋਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਉਸ ਪਿਕਚਰ ਦਾ ਖੁਮਾਰ ਅੱਜ ਵੀ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ। ਉਹ ਅੱਜ ਵੀ ਉਨੀ ਤਰੋ ਤਾਜ਼ਾ ਹੈ ਜਿੰਨੀ ਰਿਲੀਜ਼ਿੰਗ ਦੇ ਟਾਈਮ ਸੀ। ਮੈਂ ਤੁਹਾਨੂੰ ਦੱਸੂਗਾ ਕਿਵੇਂ ਬਣੀ, ਕੀ ਉਸ ਵਿੱਚ ਪ੍ਰੋਬਲਮਸ ਆਈਆਂ। ਇਹ ਪਿਕਚਰ ਉਦੋਂ ਜ਼ਹਿਨ ਵਿੱਚ ਆਈ ਜਦੋਂ ਸੀਤਾ ਔਰ ਗੀਤਾ ਦੀ ਇੱਕ ਸਕਸੈਸ ਪਾਰਟੀ ਚੱਲ ਰਹੀ ਸੀ। ਤਾਂ ਜੀਪੀ ਸਿੱਪੀ ਸਾਹਿਬ ਨੂੰ ਇੱਕ ਡਿਸਟ੍ਰੀਬਿਊਟਰ ਨੇ ਪੁੱਛਿਆ ਕਿ ਇਹ ਤੁਹਾਡਾ ਪ੍ਰੋਜੈਕਟ ਬਹੁਤ ਵੱਡਾ ਹਿੱਟ ਹੈ, ਤੁਹਾਡਾ ਆਉਣ ਵਾਲਾ ਪ੍ਰੋਜੈਕਟ ਕੋਈ ਤਿਆਰ ਹੈ? ਤਾਂ ਉਹਨਾਂ ਨੇ ਕਿਹਾ ਬਿਲਕੁਲ, ਇੱਕ ਵੱਡੇ ਸਾਰੇ ਕੈਨਵਸ ਉੱਪਰ ਮਲਟੀ ਸਟਾਰਰ ਕਾਸਟ, ਬਹੁਤ ਹੀ ਵਧੀਆ ਡਰਾਮਾ ਐਕਸ਼ਨ ਸਾਡੇ ਕੋਲ ਇੱਕ ਪਿਕਚਰ ਰੈਡੀ ਹੈ। ਰਮੇਸ਼ ਸਿੱਪੀ ਨਾਲ ਇਸ ਪੂਰੀ ਗੱਲ ਦੀ ਸਾਂਝ ਪਾਉਂਦੇ ਨੇ ਤੇ ਬੁਲਾਉਂਦੇ ਨੇ ਆਪਣੀ ਸਿੱਪੀ ਫਿਲਮਸ ਦੀ ਰਾਈਟਰ ਜੋੜੀ ਸਲੀਮ ਜਾਵੇਦ ਜੀ ਨੂੰ। ਫਿਰ ਕੀ ਸੀ, ਤਿੰਨਾਂ ਦੀ ਇੱਕ ਟੀਮ ਬਣੀ, ਸਲੀਮ ਜਾਵੇਦ, ਰਮੇਸ਼ ਸਿੱਪੀ ਜੀ। ਤਿੰਨੋਂ ਸਿੱਪੀ ਦੀ ਸਟੱਡੀ ਵਿੱਚ ਬੈਠ ਗਏ, ਉੱਥੇ ਆਪਣਾ ਡੇਰਾ ਲਗਾ ਲਿਆ, ਮੁਕੰਮਲ ਇੱਕ ਕਹਾਣੀ ਲਿਖੀ ਔਰ ਉਸ ਕਹਾਣੀ ਨੂੰ ਸਹੀ ਰੂਪਾਂਤਰ ਦੇਣ ਲਈ ਉਹਨਾਂ ਨੂੰ ਇੱਕ ਟੀਮ ਦੀ ਜ਼ਰੂਰਤ ਸੀ, ਜਿਸ ਵਿੱਚ ਕੈਮਰਾਮੈਨ ਦੀ ਯਾਨੀ ਕਿ ਸਿਨੇਮਾਟੋਗ੍ਰਾਫੀ ਦੀ ਭੂਮਿਕਾ ਨਿਭਾਈ ਦਵਾਰਿਕਾ ਦਵੀਚਾ ਜੀ ਨੇ ਔਰ ਉਸ ਪਿਕਚਰ ਨੂੰ ਐਡਿਟ ਕੀਤਾ MS ਸ਼ਿੰਦੇ ਸਾਹਿਬ ਨੇ। ਔਰ ਪੂਰੀ ਜੋ ਆਰਟ ਦਾ ਕੰਮ ਸੀ, ਜੋ ਆਰਟ ਸੈੱਟ ਲਗਾਏ ਜਾਂਦੇ ਨੇ ਜਿਹਨੂੰ ਬੋਲਦੇ ਆਪਾਂ ਫਿਲਮੀ ਆਰਟਸ ਦਾ, ਉਹ ਰਾਮ ਜਾਦੀਕਰ ਜੀ ਨੇ ਸੰਭਾਲਿਆ। ਸਲੀਮ ਜਾਵੇਦ ਦੀ ਲਿਖੀ ਹੋਈ ਕਹਾਣੀ ਨੂੰ ਪਰਦੇ ਉੱਪਰ ਇੱਕ ਬਾਕਮਾਲ ਕਹਾਣੀ ਦੀ ਤਰ੍ਹਾਂ ਪੇਸ਼ ਕੀਤਾ ਇਸ ਪੂਰੀ ਟੈਕਨੀਕਲ ਟੀਮ ਨੇ। ਫਿਰ ਉਸ ਕਹਾਣੀ ਨੇ ਇੱਕ ਕਹਾਣੀ ਰਚੀ ਜੋ 15 ਅਗਸਤ 1975 ਨੂੰ ਰਿਲੀਜ਼ ਹੋਈ, ਜਿਸ ਦਾ ਨਾਮ ਸੀ शोले। दोनों 15-20 में तो भारी पड़ेगी। तुम्हारा नाम क्या है बसंत? मैं ये रिश्ता पक्का समझूं? इस स्टोरी में इमोशन है, ड्रामा है, ट्रेजेडी है। अंग्रेजों के जमाने में जेलर है, उन्हों के भगा के गले बांध और मैंने कहा ये हाथ नहीं, फांसी का फंदा है। कितने आदमी थे? बहुत ही आराना लगता है। बसंती, इन कुत्तों के सामने मत नाचना। गब्बर सिंह, इतना सन्नाटा क्यों है भाई? फिल्म शोले जिन्नी इंटरेस्टिंग फिल्म है उतना ही इस फिल्म ਦੇ ਬਿਹਾਈਂਡ ਦਾ ਸੀਨ ਜੋ ਪਿੱਛੇ ਚੱਲਦਾ ਰਿਹਾ ਉਹ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ। ਸਲੀਮ ਜਾਵੇਦ ਨੇ ਜਿੰਨੇ ਵੀ ਕਿਰਦਾਰ ਲਿਖੇ ਸੀ ਉਹ ਆਪਣੇ ਢੰਗ ਨਾਲ ਲਿਖੇ ਸੀ, ਪਰ ਹਰ ਕਿਰਦਾਰ ਕਿਹੜਾ ਕਿਰਦਾਰ ਨਿਭਾਉਣਾ ਚਾਹੁੰਦਾ ਸੀ ਉਹ ਨਾ ਉੱਪਰ ਡਿਪੈਂਡ ਕਰਦਾ ਸੀ। ਜਿੱਦਾਂ ਕਿ ਠਾਕੁਰ ਦਾ ਕਿਰਦਾਰ ਜੋ ਸੰਜੀਵ ਕੁਮਾਰ ਸਾਹਿਬ ਨੇ ਪਲੇ ਕੀਤਾ, ਉਹ ਧਰਮਿੰਦਰ ਜੀ ਦੀ ਪਹਿਲ ਸੀ ਕਿ ਇਸ ਨੂੰ ਮੈਂ ਕਰਾਂ, ਔਰ ਇਹ ਸਲੀਮ ਜਾਵੇਦ ਨੇ ਇਹ ਕਿਰਦਾਰ ਪ੍ਰਾਣ ਸਾਹਿਬ ਨੂੰ ਮੱਦੇਨਜ਼ਰ ਰੱਖ ਕੇ ਲਿਖਿਆ ਸੀ। ठाकुर का किरदार किसी कारण करके प्राण साहब नहीं कर सके। और फिर जे इस फिल्म के नैगेटिव किरदार की गल करते हैं जो अमजद खान साहब ने किया सी गब्बर का, वो चला गया डैनी डेंग्सगोपा के हिस्से। उन्होंने दूसरी फिल्म धर्मात्मा और उसकी शूटिंग फिरोज खान साहब ने अफगानिस्तान च रख ली। सो इस करके डैनी साहब को फिल्म का मेन किरदार छड्डना पिया। बड़े ही मुश्किल ढंग नाल रमेश सिप्पी साहब ने सब कन्विंस किया अपने अपने किरदार लिए। डिस्ट्रीब्यूटर्स की मंग सी कि जय वाला किरदार शत्रुघ्न सिन्हा निभाउन, पर उन्होंने रमेश सिप्पी ने उन्होंने बड़े प्यार नाल समझाया कि असी इस फिल्म दे विच सीता और गीता की पूरी लीड कास्ट नूं ऐड कर चुके हैं, जो कि फिल्म नूं हिट करवाने लिए काफ़ी ने। और सलीम जावेद साहब ने अमिताभ बच्चन जी नूं इस पिक्चर लिए रिकमेंड किया, धर्मेंद्र जी ने रिकमेंड किया, क्योंकि उन्होंने दिनों में अमिताभ साहब को कोई बहुत बड़ी हिट मूवी नहीं सी। जंजीर रिलीज़ नहीं हुई सी, आनंद, बॉम्बे टू गोवा ये फिल्मों का श्रेय उन्होंने मिल नहीं पाया। इस कारण अमिताभ बच्चन को एक बहुत बड़ी पिक्चर चाहिए सी जिस नाल वो अपने आप को स्थापित कर सकन। हुण गल आंदी है राधा दी, जो वो करैक्टर जय भादुड़ी जी ने निभाया। जय भादुड़ी ने साफ साफ जया जी ने जवाब दिता सी कि मैं किरदार नहीं करूँगी। एक तो किरदार बहुत छोटा सी, दूसरा विधवा का। पर रमेश सिप्पी साहब ने समझाया कि इस बीच संवाद बहुत घट ने, जे इस नाल कोई इंसाफ कर सकता तो सिर्फ तुसीं। उन्होंने इन्ने कन्विंस करने तो बाद जया जी ने यह किरदार निभाया। हुण चलते हैं आपां गब्बर के किरदार दे वल, जो कि डैनी साहब ने रिफ्यूज़ करता सी, पर संजीव कुमार और अमिताभ बच्चन साहब चाहते सी कि ये किरदार असी निभाइए, पर किसी कारण करके ये संभव नहीं सी।
ਜਾਂ ਉਹਨਾਂ ਦੀ ਦਿੱਖ ਨਹੀਂ ਸੀ ਜਾਂ ਉਹ ਕਰੈਕਟਰ 'ਚ ਫਿੱਟ ਨਹੀਂ ਬੈਠ ਰਹੇ ਸੀ। ਇੱਕ ਦਿਨ ਸਲੀਮ ਸਾਹਿਬ ਨੂੰ ਅਮਜਦ ਖਾਨ ਮਿਲੇ। ਅਮਜਦ ਖਾਨ ਨੂੰ ਸਲੀਮ ਸਾਹਿਬ ਜੈਂਤ ਕਰਕੇ ਜਾਣਦੇ ਸੀ, ਉਹਨਾਂ ਦੇ ਫਾਦਰ ਕਰਕੇ। ਉਹਨਾਂ ਦੇ ਫਾਦਰ ਨੇ ਮੇਰਾ ਗਾँव ਮੇਰਾ ਦੇਸ਼ ਵਰਗੀਆਂ ਪਿਕਚਰ 'ਚ ਬਹੁਤ ਅੱਛੇ ਕਰੈਕਟਰ ਨਿਭਾਏ ਨੇ। ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਅਮਜਦ ਖਾਨ ਦੀਆਂ ਗੱਲਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਕਿਹਾ ਕਿ ਰਮੇਸ਼ ਸਿੱਪੀ ਇੱਕ ਪਿਕਚਰ ਬਣਾ ਰਿਹਾ ਹੈ ਜਿਸ ਵਿੱਚ ਗੱਬਰ ਦਾ ਕਿਰਦਾਰ ਹੈ। ਉਹਨਾਂ ਨੇ ਪੂਰਾ ਕਿਰਦਾਰ ਉਹਨਾਂ ਨੂੰ ਸੁਣਾ ਦਿੱਤਾ ਔਰ ਕਿਹਾ ਤੂੰ ਜਾ ਕੇ ਰਮੇਸ਼ ਨੂੰ ਮਿਲ। ਜਿੱਦਾਂ ਹੀ ਰਮੇਸ਼ ਸਿੱਪੀ ਨੂੰ ਅਮਜਦ ਖਾਨ ਸਾਹਿਬ ਮਿਲੇ ਤਾਂ ਪਹਿਲੀ ਨਜ਼ਰ 'ਚ ਹੀ ਰਮੇਸ਼ ਸਿੱਪੀ ਸਮਝ ਗਏ ਕਿ ਮੇਰੀ ਪਿਕਚਰ ਦਾ ਗੱਬਰ ਮੈਨੂੰ ਮਿਲ ਗਿਆ। बहुत कटीली नचनिया होगी, जरा हमको भी दिखाओ दो चार ठुमके। ਪੂਰੀ ਟੀਮ ਚਾਹੁੰਦੀ ਸੀ ਕਿ ਇਸ ਵਾਰ ਜੋ ਅਸੀਂ ਗੱਬਰ ਦੀ ਲੁੱਕ ਰੱਖੀਏ, ਜੋ ਗੱਬਰ ਦਾ ਦਿੱਖ ਹੋਵੇ ਪਰਦੇ ਤੇ, ਕੁਝ ਡਿਫਰੈਂਟ ਹੋਵੇ। ਆਮ ਫਿਲਮਾਂ ਦੇ ਡਾਕੂ ਦੀ ਤਰ੍ਹਾਂ ਨੇ ਵੀ ਇੱਕ ਲੰਬਾ ਬਲੈਕ ਰੰਗ ਦਾ ਮੱਥੇ ਤੇ ਟਿੱਕਾ ਜਾਂ ਇੱਕ ਪਗੜੀ, ਕੁੜਤਾ, ਚਾਦਰਾ, ਐਸਾ ਕੁਝ ਨਹੀਂ ਚਾਹੁੰਦੇ ਸੀ। ਥੋੜਾ ਹਟ ਕੇ ਕਿਰਦਾਰ ਨੂੰ ਦਿਖਾਉਣਾ ਚਾਹੁੰਦੇ ਸੀ। ਤਾਂ ਫਿਰ ਇੱਕ ਬੰਬਈ ਦੇ ਹੀ ਚੋਰ ਬਾਜ਼ਾਰ ਵਿੱਚੋਂ ਇੱਕ ਮਿਲਟਰੀ ਦੀ ਡਰੈਸ ਖਰੀਦੀ ਗਈ, ਜੋ ਤੁਸੀਂ ਦੇਖੀ ਹੋਈ ਹੈ। ਅਮਜਦ ਖਾਨ ਸਾਹਿਬ ਨੇ ਪਾਈ ਹੋਈ ਹੈ ਉਹ ਮਿਲਟਰੀ ਦੀ ਡਰੈਸ, ਤੇ ਉਹ ਡਰੈਸ ਦੇ ਵਿੱਚ ਉਹਨਾਂ ਦਾ ਗੈਟਅਪ ਰੱਖਿਆ ਗਿਆ ਔਰ ਜੋ ਕਿ ਬਹੁਤ ਇੰਪੈਕਟ ਆਇਆ ਉਸ ਡਰੈਸ ਨੂੰ ਪਾ ਕੇ। ਇੱਕ ਡਿਫਰੈਂਟ ਕਿਰਦਾਰ ਸਾਹਮਣੇ ਬਾਹਰ ਨਿਕਲ ਕੇ ਆਇਆ। ਜੇ ਗੱਲ ਕੀਤੀ ਜਾਵੇ ਇਸ ਪਿਕਚਰ ਦੇ ਪੂਰੇ ਕਿਰਦਾਰ ਦੀ, ਉਸ 90% ਜੋ ਕਿਰਦਾਰ ਨੇ ਉਹ ਅਸਲੀ ਜ਼ਿੰਦਗੀ ਤੋਂ ਚੱਕੇ ਹੋਏ ਕਿਰਦਾਰ ਨੇ, 10% ਫਿਕਸ਼ਨ ਹੋਊਗੀ, ਜਿਨ੍ਹਾਂ ਵਿੱਚੋਂ असरानी जी का जो किरदार है अंग्रेज़ों के ज़माने के जेलर, वो द ग्रेट डिक्टेटर मूवी 1940 ਵਿੱਚ ਆਈ ਸੀ। ਉਸ ਵਿੱਚ ਚਾਰਲੀ ਚੈਪਲਨ ਸਾਹਿਬ ਨੇ ਹਿਟਲਰ ਦਾ ਕਿਰਦਾਰ ਨਿਭਾਇਆ ਸੀ। ਕਿੱਦਾਂ ਇੱਕ ਐਡੇ ਕਰੂਰ ਲੀਡਰ ਨੂੰ ਉਹਨਾਂ ਨੇ ਕਾਮੇਡੀ ਵਿੱਚ ਦਿਖਾਇਆ ਸੀ। ਸੋ ਉਹਨਾਂ ਨੇ ਉਸ ਨੂੰ ਕੰਬੋ ਚੱਕਿਆ, ਹਿਟਲਰ ਔਰ ਚਾਰਲੀ ਚੈਪਲਨ ਦਾ ਉਹ ਕਿਰਦਾਰ ਅਸਰਾਨੀ ਜੀ ਨੂੰ ਦੱਸਿਆ ਕਿ ਇਹ ਐਦਾਂ ਹੋਊਗਾ ਔਰ ਬਾਹਰੋਂ ਦੇਖਣ ਨੂੰ ਇਹ ਜੋ ਜੇਲਰ ਹੈ ਬਹੁਤ ਸਟਰੋਂਗ ਹੈ, ਬੜਾ ਕੜਕ ਹੈ, ਪਰ ਅੰਦਰੋਂ ਖੋਖਲਾ ਹੈ, ਡਰਪੋਕ ਹੈ। ਅਸਰਾਨੀ ਜੀ ਨੇ ਬੜੀ ਜਲਦੀ ਹੀ ਇਸ ਚੀਜ਼ ਨੂੰ ਸਮਝਿਆ ਤੇ ਆਪਣਾ ਪੂਰਾ 100% ਦਿੱਤਾ ਇਸ ਕਿਰਦਾਰ ਨੂੰ ਨਿਭਾਉਣ ਲਈ। ਔਰ ਇਸ ਕਿਰਦਾਰ ਦੀ ਖੂਬਸੂਰਤੀ ਇਹ ਸੀ ਕਿ ਜਦੋਂ ਵੀ ਅਸਰਾਨੀ ਜੀ ਇਸ ਨੂੰ ਬੋਲਦੇ ਸੀ ਤਾਂ ਉਹਦੇ ਵਿੱਚ ਇੱਕ ਆਪਣਾ ਸਲੈਂਗ ਫਿੱਟ ਕਰ ਦਿੰਦੇ ਸੀ, ਜਿਹੜਾ ਕਿ ਤੁਸੀਂ ਸੁਣਿਆ ਹੈ, ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲਰ ਆਹਾ। ਇਹ ਜੋ ਸਲੈਂਗ ਸੀ ਇਹ ਉਹਨਾਂ ਦੇ ਆਪ ਐਡਿਟ ਕੀਤਾ ਸੀ ਇਸ ਦੇ ਵਿੱਚ, ਜੋ ਉਸ ਨੂੰ ਨਿਖਾਰ ਕੇ ਬਾਹਰ ਕੱਢਦਾ ਸੀ। ਅਸਨਾਨੀ ਜੀ ਦੇ ਇਸ ਕਰੈਕਟਰ ਲਈ ਇੱਕ ਖਾਸ ਕਬੀਰ ਖਾਨ ਜੀ ਤੋਂ ਵਿਗ ਬਣਵਾਈ ਗਈ ਸੀ ਔਰ ਇਹਨਾਂ ਦਾ ਸੂਟ ਅਹਿਮਦ ਸਾਹਿਬ ਤੋਂ ਸਿਲਵਾਇਆ ਗਿਆ ਸੀ, ਜੋ ਕਿ ਉਸ ਟਾਈਮ ਬਹੁਤ ਅੱਛੇ ਕਾਰੀਗਰ ਸੀ, ਪੂਰੀ ਇੰਡਸਟਰੀ ਦੀ ਡਰੈਸਿਸ ਤੇ ਕੰਮ ਕਰਦੇ ਸੀ। ਔਰ ਜਦੋਂ ਇਹ ਡਰੈਸ ਉਹਨਾਂ ਦੇ ਪਾਈ ਤਾਂ ਮੇਰਾ ਖਿਆਲ ਹੈ ਵੀ ਉਹ ਟੀਮ ਦਾ ਮੰਨਣਾ ਸੀ ਕਿ ਜੇ ਹਿਟਲਰ ਸਾਹਿਬ ਵੀ ਉਹ ਵਰਦੀ ਜਾਂ ਡਰੈਸ ਨੂੰ ਦੇਖ ਲੈਂਦੇ ਤਾਂ ਉਹ ਵੀ ਨਹੀਂ ਕਹਿ ਸਕਦੇ ਸੀ ਕਿ ਇਹ ਮੇਰੀ ਯੂਨੀਫਾਰਮ ਨਹੀਂ ਹੈ। ਐਡਾ ਖਿੜਿਆ ਉਹ ਉਹਨਾਂ ਦੇ ਉੱਪਰ ਪੂਰਾ ਗੈਟਅਪ। ਹੁਣ ਆਪਾਂ ਗੱਲ ਕਰਦੇ ਹਾਂ ਸੂਰਮਾ ਭੋਪਾਲੀ ਦੇ ਉਸ ਕਿਰਦਾਰ ਦੀ, ਜੋ ਕਿ ਪਿਕਚਰ ਖਤਮ ਤਕਰੀਬਨ ਲਿਖ ਚੁੱਕੀ ਸੀ, ਕਲੋਜ਼ ਹੋਣ ਦੇ ਨਜ਼ਦੀਕ ਸੀ ਜਦੋਂ ਇਹ ਕਿਰਦਾਰ ਲਿਖਿਆ ਗਿਆ, ਕਿਉਂਕਿ ਸਲੀਮ ਜਾਵੇਦ ਨੂੰ ਲੱਗਿਆ ਕਿਤੇ ਨਾ ਕਿਤੇ ਸਾਡਾ ਜਿਹੜਾ ਕਮੇਡੀ ਪਕਸ਼ ਹੈ ਉਹ ਕਮਜ਼ੋਰ ਹੈ। ਤਾਂ ਉਹਨਾਂ ਨੇ ਸੂਰਮਾ ਭੋਪਾਲੀ ਦਾ ਕਿਰਦਾਰ ਲਿਖਿਆ ਔਰ ਇਹ ਕਿਰਦਾਰ ਜਾਵੇਦ ਸਾਹਿਬ ਨੂੰ ਸੀ ਕਿ ਪੂਰਾ ਉਹਨਾਂ ਦੇ ਦਿਮਾਗ ਦੇ ਵਿੱਚ ਸੀਗਾ ਕਿ ਇਹ ਕਿਰਦਾਰ ਜੇ ਕੋਈ ਨਿਭਾ ਸਕਦਾ ਹੈ ਤਾਂ ਜਗਦੀਪ ਜੀ ਨਿਭਾ ਸਕਦੇ ਨੇ, ਕਿਉਂਕਿ ਸਰਹੱਦੀ ਲੁਟੇਰੇ ਪਿਕਚਰ ਵਿੱਚ ਕੰਮ ਕਰ ਚੁੱਕੇ ਸੀ ਉਹ ਜਗਦੀਪ ਜੀ ਨਾਲ। ਉਹਨਾਂ ਨੇ ਉਹਨਾਂ ਦਾ ਜੋ ਬੋਲਣ ਦਾ ਜਾਂ ਆਵਾਜ਼ ਨੂੰ ਪਕੜ ਕੇ ਇਨਸਟੈਂਟ ਬੋਲਣ ਦਾ ਜੋ ਸਟਾਈਲ ਸੀ ਉਹਨਾਂ ਨੇ ਦੇਖਿਆ ਹੋਇਆ ਸੀਗਾ। ਜਿੱਦਾਂ ਹੀ ਜਗਦੀਪ ਜੀ ਕੋਲੇ ਗਏ ਤਾਂ ਜਗਦੀਪ ਜੀ ਨੇ ਸਾਫ਼-ਸਾਫ਼ ਨਾ ਕਰਤੀ। ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਸਿੱਪੀ ਫਿਲਮਸ ਦੀਆਂ 10 ਫਿਲਮਾਂ ਕਰ ਚੁੱਕਿਆ ਹਾਂ, ਉਹ ਮੇਰੇ ਕੋਲੇ ਸਟਾਰਟਿੰਗ 'ਚ ਕਿਉਂ ਨਹੀਂ ਆਇਆ। ਔਰ ਉਹ ਕਿਰਦਾਰ ਉਹਨਾਂ ਨੇ ਜੋ ਕਿ ਜਗਦੀਪ ਜੀ ਦੀ ਜਗ੍ਹਾ ਅਸਰਾਨੀ ਸਾਹਿਬ ਨਿਭਾ ਰਹੇ ਨੇ, ਇਹ ਕਿਰਦਾਰ ਮੇਰੇ ਤੋਂ ਕਿਉਂ ਨਹੀਂ ਕਰਵਾਇਆ। ਔਰ ਮੇਰੀ ਪਿਛਲੀ ਫਿਲਮ ਬ੍ਰਹਮਚਾਰੀ ਦਾ ਬਕਾਇਆ ਹਾਲੇ ਤੱਕ ਮੈਨੂੰ ਫੀਸ ਜੋ ਮੇਰੀ ਉਹ ਹਾਲੇ ਤੱਕ ਨਹੀਂ ਮਿਲੀ। ਤਾਂ ਜਾਵੇਦ ਸਾਹਿਬ ਨੇ ਕਿਹਾ ਵੀ ਜੋ ਪਿਛਲੀ ਫਿਲਮ ਬ੍ਰਹਮਚਾਰੀ ਦੀ ਫੀਸ ਹੈ ਉਹ ਤੁਹਾਨੂੰ ਮੈਂ ਵਾਅਦਾ ਕਰਦਾ ਮਿਲ ਜੂਗੀ, ਪਰ ਜੋ ਹੁਣ ਉਹ ਕਰੈਕਟਰ ਹੋ ਚੁੱਕਿਆ ਉਸ ਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ। ਬੜੇ ਕਨਵਿੰਸ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਿਰਦਾਰ ਨਿਭਾਇਆ। ये देखो 200 के 10 है, ये लो। ਹਾਲਾਂਕਿ ਸਲੀਮ ਸਾਹਿਬ ਚਾਹੁੰਦੇ ਸੀ ਕਿ ਸੂਰਮਾ ਭੋਪਾਲੀ ਦਾ ਕਿਰਦਾਰ ਪ੍ਰਾਣ ਸਾਹਿਬ ਨਿਭਾਉਣ, ਕਿਉਂਕਿ ਸਲੀਮ ਸਾਹਿਬ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪਿਕਚਰ 'ਚ ਇਸ ਪ੍ਰੋਜੈਕਟ 'ਚ ਮੈਂ ਪ੍ਰਾਣ ਸਾਹਿਬ ਨੂੰ ਜੋੜਾਂ, ਕਿਉਂਕਿ ਪਹਿਲਾਂ ਜਿਵੇਂ ਅਸੀਂ ਦੱਸਿਆ ਕਿ ਠਾਕੁਰ ਸਾਹਿਬ ਦਾ ਕਿਰਦਾਰ ਉਹਨਾਂ ਨੂੰ ਦੇਖ ਕੇ ਹੀ ਲਿਖਿਆ ਗਿਆ ਸੀ। ਤਾਂ ਸਾਰੀਆਂ ਗੱਲਾਂ ਤੋਂ ਬਾਅਦ ਇਹ ਕਿਰਦਾਰ ਨਿਭਾਉਣ ਲਈ ਜਗਦੀਪ ਜੀ ਨੇ ਹਾਂ ਕਰ ਦਿੱਤੀ। ये बहुत बदमाश है, मगर हमारा नाम भी सूरमा भोपाली ये भाई नहीं है। ਇਸ ਵਿੱਚ ਹੈਰਾਨੀ ਦੀ ਇਹ ਗੱਲ ਹੈ
ਕਿ ਸੂਰਮਾ ਵਪਾਲੀ ਦਾ ਕਿਰਦਾਰ ਜਾਵੇਦ ਅਖਤਰ ਸਾਹਿਬ ਨੂੰ ਇੱਕ ਵਨ ਵਿਭਾਗ ਦੇ ਵਿੱਚ ਮਿਲਿਆ ਸੀ ਇੱਕ ਆਫੀਸਰ, ਜੋ ਕਿ ਬਿਲਕੁਲ ਜਿਨ੍ਹਾਂ ਦਾ ਸਲੈਂਗ ਇਦਾਂ ਹੀ ਸੀ। ਔਰ ਜਦੋਂ ਉਹ ਕਿਰਦਾਰ ਜਾਵੇਦ ਅਖਤਰ ਸਾਹਿਬ ਦੇ ਦਿਮਾਗ 'ਚ ਆਇਆ ਤਾਂ ਉਹਨਾਂ ਨੇ ਇਸ ਕਿਰਦਾਰ ਨੂੰ ਇਸ ਫਿਲਮ ਵਿੱਚ ਪਾਇਆ, ਔਰ ਜਿਸ ਨੂੰ ਜਗਦੀਪ ਜੀ ਨੇ ਬਾ ਕਮਾਲ ਨਿਭਾਇਆ। ਔਰ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਉਹ ਵਨ ਵਿਭਾਗ ਵਾਲਾ ਆਫੀਸਰ ਭੋਪਾਲ ਤੋਂ ਚੱਲਿਆ ਬੰਬੇ ਆਉਂਦਾ ਔਰ ਮਿਲਦਾ ਹੈ। ਜਗਦੀਪ ਜੀ ਉਸ ਨੂੰ ਪਹਿਚਾਣਦੇ ਨਹੀਂ ਤਾਂ ਉਹ ਕਹਿੰਦਾ, ਮੀਆਂ ਪੜ੍ਹਦੇ ਤੇ ਮੈਨੂੰ ਜੀ ਕੇ ਮੇਰਾ ਕਿਰਦਾਰ ਨਿਭਾ ਕੇ ਹੁਣ ਤੂੰ ਮੈਨੂੰ ਪਹਿਚਾਣ ਨਹੀਂ ਰਿਹਾ। ਤਾਂ ਜਗਦੀਪ ਜੀ ਇੱਕਦਮ ਬੜਾ ਸ਼ੌਕ ਹੋਏ ਔਰ ਉਹਨੂੰ ਦੇਖਿਆ, ਮਿਲੇ। ਇਹ ਗੱਲ ਇੰਨੀ ਹੀ ਇੱਥੇ ਹੀ ਖਤਮ ਨਹੀਂ ਹੁੰਦੀ। ਜਗਦੀਪ ਜੀ ਨੇ ਅੱਗੇ ਜਾ ਕੇ 1988 ਵਿੱਚ ਸੂਰਮਾ ਵਪਾਲੀ ਟਾਈਟਲ ਤੇ ਫਿਲਮ ਬਣਾਈ, ਜਿਸ ਵਿੱਚ ਆਪ ਕਿਰਦਾਰ ਕੀਤਾ ਸੂਰਮਾ ਵਪਾਲੀ ਦਾ, ਔਰ ਕਈ ਸਿਤਾਰਿਆਂ ਨੂੰ ਉਸ ਵਿੱਚ ਮੌਕਾ ਮਿਲਿਆ ਜਿਨ੍ਹਾਂ ਨੇ ਲੀਡ ਕਿਰਦਾਰ ਜਗਦੀਪ ਜੀ ਨਾਲ ਜ਼ਿੰਦਗੀ ਜੀ। ਛੋਟੇ ਤੋਂ ਛੋਟੇ ਕਿਰਦਾਰ ਤੇ ਇੰਨਾ ਵਰਕ ਕੀਤਾ ਪਿਕਚਰ 'ਚ। ਅਸਰਾਨੀ ਸਾਹਿਬ ਦੱਸਦੇ ਨੇ ਕਿ ਮੇਰੇ ਇਸ ਕਿਰਦਾਰ ਦੇ ਫਿਲਮਾਂਕਨ ਉੱਪਰ ਇੰਨਾ ਖਰਚਾ ਹੋ ਗਿਆ ਤਾਂ ਮੈंने ਪਹਿਲਾਂ ਹੀ ਸੋਚ ਲਿਆ ਸੀ ਕਿ ਇਹ ਫਿਲਮ ਕੁਛ ਨਾ ਕੁਛ ਕਾਰਨਾਮਾ ਜ਼ਰੂਰ ਕਰਕੇ ਦਿਖਾਵੇਗੀ। ਇਹ ਸੀ ਇਹਨਾਂ ਦੇ ਪੂਰੇ ਕਰੈਕਟਰਸ ਜੀ, ਪੂਰੇ ਕਿਰਦਾਰਾਂ ਦੀ ਜਾਣਕਾਰੀ। ਉਹ ਚਾਹੇ बीरबल जी ने निभाया, कैस्टोमेकोर जी ने निभाया, छोटे छोटे किरदार उन्होंने ऊपर भी बहुत मेहनत हुई सी। बीजू कोटे साहब का कालिया का किरदार यादगार बनया और मैक मोहन जी वालों किया गया सांभा का किरदार यादगार बनया। ऐसे ना जाने किन्ने किरदार जिन्हों की थोनों अगे चलते चलते असीं गल करांगे, जिन्होंने सचिन पिलगांवकर जी ने किरदार निभाया और पीके हंगल साहब का इतना सन्नाटा क्यों है भाई लोगों के लिए। मतलब इस पिक्चर की हर एक लाइन डायलॉग बन गई, हर एक वर्ड्स संवाद बन गया। सो आगे चलते चलते पूरी गल करांगे थोड़े नाल ऐदां ही। हाले तो सिर्फ कास्टिंग हुई सी, हजे असली प्रॉब्लम्स का आना बाकी सी। हुण वारी सी फिल्म के फिल्मांकन की एक लोकेशन ऐसी चाहिए सी जो बाकी सिनेमाज तो अलग हो। इस तो पहला जिन्नियां भी मूवीज़ आईयां ने डाकू के उपर तकरीबन चंबल वैलीज यानी कि चंबल दीयां घाटियां नाल संबंधित सी। गंगा जमुना हो, मुझे जीने दो, या फिर राज खोसला साहब का बहुत बड़ा हिट नंबर मेरा गाँव मेरा देश। पर रमेश सिप्पी चाहते सी कि मैं ये जो भी है रिपीट नहीं करना चाहता, मैनू एक अलग दिख वाला सैट चाहिए। सो फिर इसलिए ड्यूटी लगाई गई द्वारका द्रविचा जी की, जिन्हों ने पूरा घूमण तो बाद बेंगलुरु तो करनाटका और मंसूर के विचाले तकरीबन 60 किलोमीटर के डिस्टेंस ते रामनगर एक जगह देखी जिथे बड़िया बड़िया पहाड़ियाँ सी और थोड़ा समतल मैदान सी। तो उसदियाँ फोटोग्राफ्स क्लिक करके रमेश सिप्पी साहब नूं भेजियां और रमेश जी ने देखते सार ही कहा कि ये पहाड़ियाँ वाला जो है ये बनूगा गब्बर का अड्डा और जो उस तो सामने वाला प्लेस है उस उपर पिंड का सैट बनाया जाऊगा। और सब तो बड़ी गल ये है कि पिंड का जो सैट सी वो नकली नहीं सी, ओरिजिनल सैट बनाया गया। जो कि मज़ेदार गल ये है कि पिक्चर कंप्लीट होने तो बाद ओरिजिनल जो सैट लगाया गया सी, असली बनाया गया सी, चाहे वो पानी की टैंकी होवे या दुकाना होण या मकान होवे, वो सिप्पीज़ ने तोड़िया नहीं बल्कि सरकार नूं देता, उत्थे दी सरकार नूं, और वो सरकार ने उसनूं टूरिस्ट पॉइंट की तरह वरत्या और बाद विच उसदा नाम सिप्पी नगर पै गया सी। लोग आउंदे सी, टूरिस्ट आउंदे सी, उत्थे बड़ा इंजॉय करते सी और फिर थोड़े टाइम बाद शायद उसनूं कुछ तब्दील कर दिता गया। पर ये उस टाइम की वाक़ियत और किस्सा है, बड़ा ज़बरदस्त किस्सा है उस वक्त का। शोले पिक्चर की शूटिंग के उपर एक मज़ेदार किस्सा ये होया कि रमेश सिप्पी साहब गब्बर नाल एक सीन फिल्मा रहे सी और असली रंगदारी वाले जिन्होंने आप गुंडे कह दें, असली गुंडे उत्थे आ गए रमेश सिप्पी तो पैसे लैण लई। तो सिप्पी साहब ने कहा यार जो भी आया उन्होंने बिठा दो, बाद विच गल करांगे। तो जदों वो पैकअप होया रमेश सिप्पी साहब उन्होंने मिले तो उन्होंने पूछा भी हाँ जी दसो की काम है, तुसीं किस लिए आए सी? तो उन्होंने कहा कि सानू 50,000 रुपया चाहिए जे तू शूटिंग करनी है। तो काफ़ी बारगेनिंग तो बाद वो गल 10,000 ते आ गई। रमेश सिप्पी साहब ने उत्थे दे कमिश्नर नूं, पुलिस कमिश्नर नूं कॉल की थी और उन्होंने अरेस्ट करा दिता। बाद विच पूरे पिंड वालिਆਂ ने आके माफ़ी मंगी। उन्होंने कहा ये कोई गुंडे नहीं हैं, इत्थे दे मुंडे ने, नौजवान ने जो भटके हुए हैं। और हैरानी वाली गल है कि वो जदों दूसरे तीसरे दिन सिप्पी साहब ने उन्होंने छड़वाया पुलिस स्टेशन तो वो बंदे सिप्पी साहब के इन्ने मुरीद हो गए, भगत हो गए कि जिन्ना टाइम फिल्म की शूटिंग होंदी रही वो रोज़ सैट ते आउंदे सी और सिप्पी साहब नाल गल्लां करदे और फिल्म दे विच उन्होंने कई जगह ते उन्होंने कई प्रॉब्लमां नूं हल किया। शूटिंग के सैट ते धर्मिंदर जी के भी किस्से बड़े रंगीन सी जो इस पिक्चर नाल जुड़े हुए हैं। कहा जाता है कि हेमा और धर्मिंदर जी का रोमांस उन्होंने दिनों में चलिया ही सी, स्टार्ट ही होया सी।
ਤੁਸੀਂ ਇੱਕ ਸੀਨ ਦੇਖਿਆ ਹੈ ਜਿੱਥੇ ਉਹ ਉਹਨਾਂ ਨੂੰ ਨਿਸ਼ਾਨਾ ਲਗਾਉਣਾ ਸਿਖਾਉਂਦੇ ਨੇ, ਤਾਂ ਕਿਹਾ ਜਾਂਦਾ ਹੈ ਕਿ ਉਹ ਬਾਰ-ਬਾਰ ਰੀਟੇਕ ਹੋ ਰਹੇ ਸੀ ਔਰ ਉਹ ਸੀਨ ਨੂੰ ਲੰਬਾ ਖਿੱਚਿਆ ਜਾ ਰਿਹਾ ਸੀ। ਉਸ ਦਾ ਕਾਰਨ ਇਹ ਸੀ ਕਿ ਧਰਮਿੰਦਰ ਜੀ ਜਾਂਦੇ ਸੀ, ਕੈਮਰਾਮੈਨ ਨੂੰ ਪੈਸੇ ਦਿੰਦੇ ਸੀ ਕਿ ਤੂੰ ਕੱਟ ਬੋਲਣਾ ਹੈ, ਇਹ ਸੀਨ ਮੈਂ ਕਈ ਵਾਰੀ ਕਰਨਾ ਚਾਹੁੰਦਾ ਤਾਂ ਜੋ ਮੈਨੂੰ ਜ਼ਿਆਦਾ ਟਾਈਮ ਮਿਲੇ ਹੇਮਾ ਜੀ ਨਾਲ ਟਾਈਮ ਸਪੈਂਡ ਕਰਨ ਲਈ। ਸੋ ਇੱਦਾਂ ਦੇ ਬੜੇ ਕਿੱਸੇ ਨੇ। ਔਰ ਇੱਕ ਕਿੱਸਾ ਹੋਰ ਸੀ, ਉਹ ਅਕਸਰ ਸੈੱਟ ਉੱਪਰ ਦਾਰੂ ਪੀਆ ਕਰਦੇ ਸੀ, ਪਰ ਬੜੇ ਅਜੀਬ ਤਰੀਕੇ ਨਾਲ। ਇੱਕ ਨਾਰੀਅਲ ਦਾ ਖੋਲ ਹੁੰਦਾ, ਉਸ ਦੇ ਵਿੱਚ ਉਹ ਆਪਣੀ ਵਾਈਨ ਪਾ ਕੇ ਪਾਈਪ ਸਟ੍ਰॉ ਲਗਾ ਕੇ ਬੜੇ ਆਰਾਮ ਨਾਲ ਦਾਰੂ ਪੀਆ ਕਰਦੇ ਸੀ, ਕਿਸੇ ਨੂੰ ਪਤਾ ਨਹੀਂ ਲੱਗਦਾ ਸੀ। ਔਰ ਇਹੀ ਇੱਕ ਦਿਨ ਚੱਲਦੇ ਇੱਕ ਸ਼ਾਟ ਸੀ ਕਲਾਈਮੈਕਸ ਦਾ, ਬਕਸੇ ਨੂੰ ਲੱਤ ਮਾਰਨੀ ਹੁੰਦੀ ਹੈ, ਉਸ ਦੇ ਵਿੱਚੋਂ ਕਾਰਤੂਸ ਕੱਢ ਕੇ ਆਪਣੀ ਪਾਕਟ 'ਚ ਜਾਂ ਆਪਣੀ ਬਨੈਣ ਵਿੱਚ ਪਾ ਕੇ ਹੇਮਾ ਜੀ ਨੂੰ ਲੈ ਕੇ ਅੱਡੇ ਤੋਂ ਭੱਜਣਾ ਸੀ। ਬਾਰ-ਬਾਰ ਕੱਟ ਹੋ ਰਹੇ ਸੀ ਕਿਉਂਕਿ ਕੁਝ ਥੋੜਾ ਜਿਹਾ ਨਸ਼ੇ ਦਾ ਖੁਮਾਰ ਸੀ ਔਰ ਕੁਝ ਉਹ ਲੱਤ ਸਹੀ ਤਰੀਕੇ ਨਾਲ ਵੱਜ ਨਹੀਂ ਰਹੀ ਸੀ। ਤਾਂ ਇਹ ਚੀਜ਼ਾਂ ਤੋਂ ਬਾਰ-ਬਾਰ ਕੱਟ ਹੋਣ ਤੋਂ ਬਾਅਦ ਧਰਮਿੰਦਰ ਜੀ ਨੇ ਇਰੀਟੇਟ ਹੋ ਕੇ ਉਸ ਗਨ ਵਿੱਚ ਇੱਕ ਗੋਲੀ ਪਾਈ ਤੇ ਫਾਇਰ ਕਰਤਾ। ਜਦੋਂ ਫਾਇਰ ਕੀਤਾ, ਉਹ ਅਸਲੀ ਗੋਲੀ ਚੱਲੀ ਤਾਂ ਉੱਪਰ ਪਹਾੜੀ ਦੇ ਉੱਪਰ ਅਮਿਤਾਭ ਬੱਚਨ ਜੀ ਖੜੇ ਸੀ, ਜਿਨ੍ਹਾਂ ਦੇ ਕੰਨ ਤੋਂ ਸਿਰਫ 4 ਇੰਚ ਦੇ ਫਰਕ ਨਾਲ ਉਹ ਗੋਲੀ ਲੰਘ ਗਈ। ਰੱਬ ਦੀ ਇੰਨੀ ਕਿਰਪਾ ਰਹੀ ਕਿ ਉਹ ਗੋਲੀ ਚੱਲੀ ਔਰ ਅਮਿਤਾਭ ਬੱਚਨ ਜੀ ਦੇ ਕੋਲ ਦੀ ਲੰਘ ਗਈ ਔਰ ਕੁਝ ਨਹੀਂ ਹੋਇਆ। ਪਰ ਇਹ ਸੀਨ ਦੇਖ ਕੇ ਫੌਰਨ ਤੋਂ ਆਏ ਜੋ ਐਕਸ਼ਨ ਡਾਇਰੈਕਟਰ ਸੀ, ਉਹ ਫਿਲਮ ਤੋਂ ਕੁਇਟ ਕਰ ਗਏ। ਉਹਨਾਂ ਨੇ ਕਿਹਾ ਯਾਰ ਮੈਂ ਕੰਮ ਨਹੀਂ ਕਰੂੰਗਾ ਇਸ ਇਨਸਾਨ ਨਾਲ ਜਿਸ ਦਾ ਇਹ ਨਹੀਂ ਪਤਾ ਲੱਗਦਾ ਕਾਹਦੇ ਖੁਮਾਰ 'ਚ ਹੁੰਦਾ ਹੈ, ਕਾਹਦੇ ਇੱਦਾਂ ਹੁੰਦਾ, ਮੈਂ ਇਸ ਨਾਲ ਕੰਮ ਨਹੀਂ ਕਰੂੰਗਾ। ਸੋ ਉਹ ਜੋ ਆਰਟ ਡਾਇਰੈਕਸ਼ਨ ਜੋ ਫੌਰਨ ਤੋਂ ਮੰਗਾਏ ਗਏ ਸੀ ਐਕਸ਼ਨ ਡਾਇਰੈਕਟਰ, ਉਹ ਇਸ ਨੂੰ ਛੱਡ ਕੇ ਚਲੇ ਗਏ। ਇਹਨਾਂ ਕਿੱਸਿਆਂ ਵਿੱਚ ਇੱਕ ਕਿੱਸਾ ਹੋਰ ਸ਼ੁਮਾਰ ਹੈ, ਜੋ ਤੁਸੀਂ ਟੈਂਕੀ ਵਾਲਾ ਸੀਨ ਦੇਖਿਆ ਹੈ, ਸਭ ਨੂੰ ਮਤਲਬ ਉਹ ਇੱਕ ਯਾਦਗਾਰ ਹੈ। ਅਕਸਰ ਜਦੋਂ ਵੀ ਕਿਤੇ ਧਰਮਿੰਦਰ ਜੀ ਆਪਣੀ ਇਲੈਕਸ਼ਨ ਕੰਪੇਨ ਲਈ ਜਾਂਦੇ ਸੀ ਤਾਂ ਬਾਰ-ਬਾਰ ਡਿਮਾਂਡ ਹੁੰਦੀ ਸੀ ਕਿ ਉਹ ਡਾਇਲੌਗ ਬੋਲ ਕੇ ਸੁਣਾਏ ਜਾਣ ਜੋ ਉਹਨਾਂ ਨੇ ਟੈਂਕੀ ਤੇ ਕੀਤੇ ਸੀ। ਕਿਹਾ ਜਾਂਦਾ ਹੈ ਉਹ ਬਾਕਾਇਦਾ ਉਹਨਾਂ ਨੇ ਥੋੜਾ ਜਿਹਾ ਲਿਟਲ ਜਿਹਾ ਪੈਗ ਲਾ ਕੇ ਕੀਤੇ ਸੀ। Police coming, Budia going jail. In jail, Budia chakki pissing and pissing and pissing and pissing and pissing. ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਹਾਲੀਵੁੱਡ ਦੇ ਸਟੰਟਮੈਨ ਨੇ ਇਸ ਪਿਕਚਰ 'ਚ ਕੁਇਟ ਕੀਤਾ ਧਰਮਿੰਦਰ ਜੀ ਦੀ ਇੱਕ ਗਲਤੀ ਕਰਕੇ, ਪਰ ਉਹਨਾਂ ਦਾ ਇਸ ਦੇ ਨਾਲ ਜੁੜਨ ਦਾ ਸਬਬ ਕਿਵੇਂ ਬਣਿਆ? ਫਿਲਮ ਦਾ ਉਹ ਸੀਕੁਐਂਸ ਚੱਲ ਰਿਹਾ ਸੀ, ਸੀਨ ਫਿਲਮਾਇਆ ਜਾ ਰਿਹਾ ਸੀ ਜਿਸ 'ਚ ਬਸੰਤੀ ਧੰਨੋ ਨਾਲ ਭੱਜ ਰਹੀ ਹੁੰਦੀ ਹੈ, ਪਿੱਛੇ ਡਾਕੂ ਪਿੱਛਾ ਕਰਦੇ ਨੇ ਉਹਨਾਂ ਦਾ। ਇਹ ਹੇਮਾ ਜੀ ਦੇ ਬੋਡੀ ਡਬਲ ਨੇ ਸ਼ੂਟ ਕੀਤਾ ਸੀ ਜਿਨ੍ਹਾਂ ਦਾ ਨਾਮ ਸੀ ਰੇਸ਼ਮਾ ਪਠਾਨ। ਇਸ ਸੀਨ ਦੇ ਵਿੱਚ ਰੇਸ਼ਮਾ ਪਠਾਨ ਜੀ ਬੁਰੀ ਤਰ੍ਹਾਂ ਇੰਜਰਡ ਹੋ ਗਏ ਸੀ ਕਿਉਂਕਿ ਉਹ ਜੋ ਵੀਲ ਸੀ ਉਹਨਾਂ ਦੇ ਪੇਟ ਉੱਪਰ ਦੀ ਲੰਘ ਗਿਆ ਸੀ ਔਰ ਉਹ ਬੇਹੋਸ਼ ਹੋ ਗਏ। ਔਰ ਅਜ਼ੀਮ ਜੋ ਕਿ ਉਸ ਟਾਈਮ ਅਸਿਸਟੈਂਟ ਸੀਗੇ ਐਕਸ਼ਨ ਦੇ, ਤਾਂ ਉਹਨਾਂ ਨੇ ਮੁਹੰਮਦ ਹੁਸੈਨ ਸਾਹਿਬ ਨੂੰ ਕਿਹਾ ਕਿ ਆਪਾਂ ਨੂੰ ਸ਼ੂਟਿੰਗ ਰੋਕ ਦੇਣੀ ਚਾਹੀਦੀ ਹੈ, ਪਰ ਮੁਹੰਮਦ ਹੁਸੈਨ ਸਾਹਿਬ ਦਾ ਜਵਾਬ ਸੀ ਯਾਰ ਇਹ ਬੇਹੋਸ਼ ਹੋਈ ਹੈ, ਮਰੀ ਨਹੀਂ। ਪਰ ਕਿਸੇ ਇਨਸਾਨ ਦਾ ਇਨਸਾਨ ਪ੍ਰਤੀ ਇਹ ਰਵੱਈਆ ਦੇਖ ਕੇ ਅਜ਼ੀਮ ਸਾਹਿਬ ਨੂੰ ਬੜਾ ਬੁਰਾ ਲੱਗਿਆ। ਉਹਨਾਂ ਨੇ ਰਮੇਸ਼ ਸਿੱਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਔਰ ਰਮੇਸ਼ ਸਿੱਪੀ ਸਾਹਿਬ ਨੇ ਹੁਸੈਨ ਸਾਹਿਬ ਨੂੰ ਜਦੋਂ ਬੁਲਾਇਆ ਇਸ ਬਾਰੇ ਸਫਾਈ ਮੰਗੀ ਤਾਂ ਦੋਨਾਂ 'ਚ ਆਰਗੂ ਹੋਇਆ। ਉਸ ਤੋਂ ਬਾਅਦ ਰਮੇਸ਼ ਸਿੱਪੀ ਸਾਹਿਬ ਨੇ ਉਹਨਾਂ ਨੂੰ ਮੂਵੀ ਤੋਂ ਬਾਹਰ ਕਰ ਦਿੱਤਾ, ਯਾਨੀ ਕਿ ਉਹ ਬੈਂਗਲੌਰ ਤੋਂ ਆਪਣੇ ਪੂਰੇ ਸਟਾਫ ਨਾਲ ਬੰਬਈ ਵਾਪਸ ਆ ਗਏ ਔਰ ਸਟੰਟਮੈਨ ਨਾ ਹੋਣ ਕਰਕੇ ਪਿਕਚਰ ਵਿੱਚ ਰੁਕ ਗਈ। ਤਾਂ ਰਮੇਸ਼ ਸਿੱਪੀ ਜੀ ਨੇ ਆਪਣੇ ਫਾਦਰ ਜੀਪੀ ਸਿੱਪੀ ਸਾਹਿਬ ਨੂੰ ਕਾਲ ਕੀਤੀ ਤੇ ਆਪਣੀ ਪ੍ਰੋਬਲਮ ਦੱਸੀ ਔਰ ਉਹਨਾਂ ਨੇ ਆਪਣੀ ਪੂਰੀ ਟੀਮ ਨਾਲ ਦਿਵਾਕਰ ਸਾਹਿਬ ਨਾਲ ਔਰ ਸ਼ਿੰਦੇ ਸਾਹਿਬ ਨਾਲ ਸਭ ਨਾਲ ਬੈਠ ਕੇ ਅਜ਼ੀਮ ਸਾਹਿਬ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ। ਜਦੋਂ ਆਪਣੀ ਫਿਲਮ ਹਾਲੀਵੁੱਡ ਤੋਂ ਇਨਸਪਾਇਰ ਹੈ ਤਾਂ ਆਪਾਂ ਕਿਉਂ ਨਾ ਇੱਕ ਐਸਾ ਸਟੰਟਮੈਨ ਲੈ ਕੇ ਆਈਏ ਜੋ ਹਾਲੀਵੁੱਡ ਤੋਂ ਹੀ ਹੋਵੇ। ਜਦੋਂ ਇਹ ਗੱਲ ਜੀਪੀ ਸਿੱਪੀ ਸਾਹਿਬ ਨੇ ਸੁਣੀ ਤਾਂ ਉਹਨਾਂ ਨੇ ਰਮੇਸ਼ ਸਿੱਪੀ ਨੂੰ ਕਿਹਾ ਕਿ ਯਾਰ ਪਿਕਚਰ ਦਾ ਪਹਿਲਾਂ ਹੀ ਬਜਟ ਬਹੁਤ ਜ਼ਿਆਦਾ ਹੋ ਗਿਆ, ਪਿਕਚਰ ਓਵਰ ਬਜਟ ਹੋ ਗਈ ਹੈ, ਲੇਟ ਸ਼ੂਟ ਹੋਣ ਕਰਕੇ ਕਈ ਦਿਨ ਸ਼ੂਟਿੰਗ ਰੁਕੀ ਰਹੀ। ਪਰ ਫਿਰ ਤੀਜੇ ਚੌਥੇ ਦਿਨ ਜੀਪੀ ਸਿੱਪੀ ਸਾਹਿਬ ਦਾ ਫੋਨ ਆਇਆ ਰਮੇਸ਼ ਸਿੱਪੀ ਨੂੰ, ਉਹਨਾਂ ਨੇ ਕਿਹਾ ਕੈਰੀ ਔਨ, ਮੈਂ ਬਜਟ ਦਾ ਪ੍ਰਬੰਧ ਕਰ ਲਿਆ, ਤੂੰ ਇਸ ਨੂੰ ਰਨ ਕਰ। ਇਹ ਗੱਲ ਸੁਣਨ ਦੇ ਸਾਰ ਹੀ ਸ਼ੂਟਿੰਗ ਨੂੰ ਵਿੱਚ ਛੱਡ ਕੇ ਰਮੇਸ਼ ਸਿੱਪੀ ਸਾਹਿਬ ਲੰਡਨ ਚਲੇ ਗਏ ਆਪਣੇ ਭਾਈ ਅਜੀਤ ਸਿੱਪੀ ਕੋਲੇ। ਤਾਂ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਦੀ ਮੁਲਾਕਾਤ ਜਿਮ ਐਲਨ ਨਾਲ ਕਰਾਈ ਜੋ ਅੱਗੇ ਆ ਕੇ ਫਿਲਮ ਦੇ ਸਟੰਟਮੈਨ ਬਣੇ ਸ਼ੋਲੇ ਫਿਲਮ ਦੇ। ਜਿਮ ਐਲਨ ਸਾਹਿਬ ਨੇ ਫਿਲਮ ਦੇ ਕਈ ਸੀਨ ਆਪਣੇ ਹਿਸਾਬ ਨਾਲ ਆ ਕੇ ਫਿਲਮਾਏ ਹਿੰਦੁਸਤਾਨ 'ਚ। ਉਹਨਾਂ ਨੇ ਇਸ ਤੋਂ ਪਹਿਲਾਂ ਵੀ ਏਸ਼ੀਆ ਵਿੱਚ ਸ਼ੂਟ ਕਰ ਚੁੱਕੇ ਸੀ। ਉਹਨਾਂ ਦੀ ਟੀਮ ਨੇ ਇਹ ਇੱਕ ਇੰਟਰਵਿਊ 'ਚ ਦੱਸਿਆ ਕਿ ਉਹ ਪਹਿਲਾਂ ਵੀ ਪਾਕਿਸਤਾਨ ਸਾਈਡ ਸ਼ੂਟ ਕਰ ਚੁੱਕੇ ਸੀ। ਹੁਣ ਇੱਕ ਕਿੱਸਾ ਇਸ ਪਿਕਚਰ ਦਾ ਜੋ ਕਿ ਸਭ ਤੋਂ ਜ਼ਿਆਦਾ ਖੂਬਸੂਰਤ ਬਣਾਉਂਦਾ ਇਸ ਪਿਕਚਰ ਨੂੰ, ਟ੍ਰੇਨ ਚੇਜ਼ਿੰਗ ਦਾ ਕਿੱਸਾ। ਇਸ ਸੀਨ ਨੂੰ ਫਿਲਮਾਉਣ ਲਈ ਜਿੰਨੀ ਐਫਰਟਸ ਲੱਗੀਆਂ ਨੇ, ਪੂਰੀ ਫਿਲਮ ਇੱਕ ਪਾਸੇ ਔਰ ਇਹ ਸੀਨ ਇੱਕ ਪਾਸੇ, ਕਿਹਾ ਜਾਂਦਾ ਹੈ ਕਿ ਇਹ ਸ਼ੂਟ 49 ਦਿਨਾਂ ਵਿੱਚ ਕੰਪਲੀਟ ਹੋਇਆ ਸੀ
ਆਲਮੋਸਟ 49 ਦਿਨ ਲੱਗੇ ਸੀ ਸਿਰਫ ਇਸ ਸੀਨ ਨੂੰ ਫਿਲਮਾਉਣ ਲਈ। ਇਸ ਸੀਨ ਨੂੰ ਫਿਲਮਾਉਣ ਲਈ ਸਭ ਤੋਂ ਪਹਿਲਾਂ ਇੱਕ ਰੇਲਵੇ ਟਰੈਕ ਚਾਹੀਦਾ ਸੀ ਜੋ ਬਿਲਕੁਲ ਖਾਲੀ ਹੋਵੇ। ਬੜੀ ਮੁਸ਼ਕਿਲ ਨਾਲ ਇਹ ਟਰੈਕ ਮਿਲਿਆ ਜਿੱਥੇ ਸਿਰਫ 2 ਗੱਡੀਆਂ ਆਉਂਦੀਆਂ ਸੀ, ਇੱਕ ਸਵੇਰੇ ਇੱਕ ਸ਼ਾਮ ਨੂੰ। ਤਾਂ ਪੂਰੀ ਟੀਮ ਆਉਂਦੀ, ਪਹਿਲਾਂ ਸ਼ੂਟ ਕਰਦੀ ਦੁਪਹਿਰ ਦੇ ਟਾਈਮ, ਉਸ ਤੋਂ ਬਾਅਦ ਜਦੋਂ ਟ੍ਰੇਨ ਲੰਘ ਜਾਂਦੀ ਸ਼ਾਮ ਨੂੰ, ਉਸ ਤੋਂ ਬਾਅਦ ਸ਼ੂਟ ਹੁੰਦਾ। ਇਹ ਸਿਲਸਿਲਾ ਚੱਲਦਾ ਰਿਹਾ, ਪਰ ਇਹ ਇੰਨਾ ਆਸਾਨ ਨਹੀਂ ਸੀ। ਰਮੇਸ਼ ਸਿੱਪੀ, MS ਸਿੰਧੇ ਔਰ ਦਵੀਚਾ ਜੀ ਪੂਰੀ ਟੀਮ ਲੱਗ ਗਈ ਇਸ ਟਰੈਕ ਦੀ। ਪਹਿਲਾਂ ਉਹਨਾਂ ਨੇ ਰਲ ਕੇ ਸਫਾਈ ਕਰਾਈ। ਜਦੋਂ ਦੇਖਿਆ ਕਿ ਸਾਡੀ ਟੀਮ ਤੋਂ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਜੋ ਲੋਕਲ ਪਿੰਡ ਦੇ ਬਸ਼ਿੰਦੇ ਸੀ ਉਹਨਾਂ ਨੂੰ ਬੁਲਾਇਆ, ਸਾਈਡਾਂ ਤੋਂ ਪੱਥਰ ਇੱਟਾਂ ਜੋ ਵੀ ਸੀ ਸਾਫ਼ ਕਰਵਾਉਂਦੇ ਔਰ ਉਹਨਾਂ ਨੂੰ ਦਿਹਾੜੀ ਦਿੰਦੇ, ਲਜ਼ੀਜ਼ ਖਾਣਾ ਦਿੰਦੇ। ਖਾਣੇ ਦੇ ਚੱਕਰ ਵਿੱਚ ਜਦੋਂ ਇਹ ਚੀਜ਼ ਵੱਧਦੀ ਤੁਰੀ ਗਈ, ਲੋਕਾਂ 'ਚ ਇਸ ਚੀਜ਼ ਦਾ ਪਤਾ ਲੱਗਦਾ ਰਿਹਾ ਕਿ ਇੱਕ ਜਗ੍ਹਾ ਤੇ ਸ਼ੂਟਿੰਗ ਹੁੰਦੀ ਹੈ, ਉੱਥੇ ਪੈਸੇ ਮਿਲਦੇ ਨੇ ਔਰ ਬਹੁਤ ਲਜ਼ੀਜ਼ ਖਾਣਾ ਖਿਲਾਇਆ ਜਾਂਦਾ ਹੈ, ਤਾਂ ਲੋਕਾਂ ਦਾ ਰਸ਼ ਜ਼ਿਆਦਾ ਹੋਣ ਲੱਗ ਗਿਆ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਭੀੜ ਨੂੰ ਭਜਾਉਣ ਲਈ ਜਵਾਬ ਦੇਣਾ ਪੈਂਦਾ ਸੀ ਜਾਂ ਕਠੋਰ ਹੋਣਾ ਪੈਂਦਾ ਸੀ ਥੋੜ੍ਹਾ ਜਿਹਾ, ਪਰ ਉਸ ਦੇ परिणाम ਜੋ ਸਿੱਟੇ ਸੀ ਉਹ ਗਲਤ ਆਉਣੇ ਸ਼ੁਰੂ ਹੋ ਗਏ। ਕਿਉਂਕਿ ਜਦੋਂ ਹੀ ਸ਼ੂਟਿੰਗ ਪੈਕਅਪ ਹੁੰਦੀ ਸੀ ਰਾਤ ਨੂੰ ਪੂਰੀ ਟੀਮ ਹੋਟਲ ਚਲੀ ਜਾਂਦੀ ਸੀ, ਤਾਂ ਬਾਅਦ ਵਿੱਚ ਉਹ ਪਿੰਡ ਵਾਲੇ ਜੋ ਨਾਰਾਜ਼ ਸੀ ਉਹ ਯੂਨਿਟ ਦਾ ਸਮਾਨ ਚੱਕ ਕੇ ਲੈ ਜਾਂਦੇ ਸੀ ਔਰ ਮਾਰਨਿੰਗ ਜਦੋਂ ਸ਼ੂਟ ਕਰਦੇ ਸੀ ਬੜੀ ਪ੍ਰੋਬਲਮ ਆਉਂਦੀ ਸੀ। ਉੱਥੇ ਕੁਝ ਵੀ ਅਵੇਲੇਬਲ ਨਹੀਂ ਹੁੰਦਾ ਸੀ। ਬੰਬੇ ਤੋਂ ਦੂਸਰੇ ਦਿਨ ਉੱਥੇ ਤੱਕ ਸਮਾਨ ਮੰਗਾਉਣ ਲਈ ਬੜੀ ਦਿੱਕਤ ਆਉਂਦੀ ਸੀ ਔਰ ਸ਼ੂਟਿੰਗ ਡੇ ਬਾਈ ਡੇ ਲੇਟ ਹੁੰਦੀ ਜਾ ਰਹੀ ਸੀ। ਇਹਨਾਂ ਸਾਰੀਆਂ ਪ੍ਰੋਬਲਮਸ ਦੇ ਨਾਲ ਹੋਰ ਬਹੁਤ ਵੱਡੀਆਂ ਪ੍ਰੋਬਲਮ ਸੀ ਜੋ ਕਿ ਇੱਕ ਮੇਨ ਪ੍ਰੋਬਲਮ ਮੰਨੀ ਜਾਂਦੀ ਹੈ। ਟ੍ਰੇਨ ਦੇ ਬਰਾਬਰ ਘੋੜੇ ਭੱਜਦੇ ਨੇ। ਕਈ ਵਾਰ ਘੋੜੇ ਇੰਨੇ ਬਿਦਕ ਜਾਂਦੇ ਸੀ ਜਾਂ ਤਾਂ ਉਹ ਟ੍ਰੇਨ ਤੋਂ ਬਹੁਤ ਅੱਗੇ ਨਿਕਲ ਜਾਂਦੀ ਸੀ ਉਹਨਾਂ ਦੀ ਸਪੀਡ, ਜਾਂ ਪਿੱਛੇ ਰਹਿ ਜਾਂਦੀ ਸੀ। 5 ਸਕਿੰਟ ਦੇ ਉਸ ਸ਼ਾਟ ਲਈ ਕਈ ਵਾਰੀ 5-5 ਘੰਟੇ ਲੱਗ ਜਾਂਦੇ ਸੀ। ਬੜੀ ਮੁਸ਼ਕਿਲ ਨਾਲ ਇਹ ਸ਼ਾਟ ਕੰਪਲੀਟ ਹੋਇਆ। ਅਕਸਰ ਇਹ ਸ਼ੂਟ ਕਰਨ ਲਈ ਟ੍ਰੇਨ ਨੂੰ 6 ਕਿਲੋਮੀਟਰ ਪਿੱਛੇ ਲੈ ਕੇ ਜਾਇਆ ਜਾਂਦਾ ਸੀ। ਇਸ ਦੇ ਵਿੱਚ ਇੱਕ ਸਟਾਰਟਿੰਗ ਵਿੱਚ ਜਦੋਂ ਤੁਸੀਂ ਦੇਖਦੇ ਹੋ ਸੀਨ ਹੈ ਜਿੱਥੇ ਡਾਕੂ ਪਿੱਛੇ ਲੱਗੇ ਨੇ ਔਰ ਟ੍ਰੇਨ ਪੂਰੀ ਫਾਸਟ ਚੱਲਦੀ ਹੈ ਔਰ ਅੱਗੇ ਇੱਕ ਲੱਕੜਾਂ ਦਾ ਪੂਰਾ ਬਹੁਤ ਸਾਰਾ ਬੰਡਲ ਪਿਆ ਹੁੰਦਾ। ਉਹ ਇੰਨੇ ਤਰੀਕੇ ਨਾਲ ਰੱਖਿਆ ਗਿਆ ਸੀ ਕਿ ਪਹਿਲੀ ਇੱਕ ਟੱਕਰ ਦੇ ਵਿੱਚ ਹੀ ਟ੍ਰੇਨ ਉਹਨਾਂ ਨੂੰ ਉਡਾ ਦੇਵੇ, ਤਾਂ ਉਸ ਨੂੰ ਉਡਾਉਣ ਲਈ ਟ੍ਰੇਨ ਨੂੰ 6 ਕਿਲੋਮੀਟਰ ਪਿੱਛੇ ਜਾਣਾ ਪੈਂਦਾ ਸੀ ਔਰ ਬਾਰ-ਬਾਰ ਇਹ ਕਰਨ ਲਈ ਬਹੁਤ ਜ਼ਿਆਦਾ ਟਾਈਮ ਜਾ ਰਿਹਾ ਸੀ। ਤਾਂ ਜਿਸ ਦਿਨ ਇਹ ਫਾਈਨਲ ਸ਼ਾਟ ਹੋਇਆ ਤਾਂ ਰਮੇਸ਼ ਸਿੱਪੀ ਸਾਹਿਬ ਨੇ ਕਿਹਾ ਹੁਣ ਦਿਨ ਦੇ 2 ਵੱਜ ਗਏ ਨੇ, ਇਸ ਤੋਂ ਬਾਅਦ ਰੀਟੇਕ ਨਹੀਂ ਹੋਇਆ ਨਾ, ਇਸ ਸ਼ਾਟ ਨੂੰ ਹੁਣੀ ਫਾਈਨਲ ਕਰਨਾ ਪਊਗਾ। ਆਪਣੇ ਟਾਈਮ ਮੁਤਾਬਕ ਸ਼ੂਟਿੰਗ ਸ਼ੁਰੂ ਹੋਈ। 6 ਕਿਲੋਮੀਟਰ ਟ੍ਰੇਨ ਨੂੰ ਪਿੱਛੇ ਲੈ ਕੇ ਗਏ। ਅਸਿਸਟੈਂਟ ਜੋ ਉਦੋਂ ਕੈਮਰਾਮੈਨ ਸੀਗੇ ਉਹਨਾਂ ਨੇ ਪੂਰਾ ਅੱਗੇ ਉਹ ਲਗਾ ਕੇ ਕੈਮਰਾ ਬੈਠ ਗਏ। ਤਾਂ ਰਮੇਸ਼ ਸਿੱਪੀ ਸਾਹਿਬ ਨੇ ਕਿਹਾ ਯਾਰ ਥੋੜਾ ਸਾਈਡ ਤੇ ਬੈਠ, ਮੈਂ ਨਹੀਂ ਚਾਹੁੰਦਾ ਸਕੈਜੂਲ ਦਾ ਲਾਸਟ ਦਿਨ ਹੈ ਕਿ ਕੋਈ ਹੈਪਨਿੰਗ ਹੋਵੇ। ਉਹ ਕਹਿੰਦੇ ਨਹੀਂ, ਮੈंने ਪੂਰੇ ਤਰੀਕੇ ਨਾਲ ਇਸ ਚੀਜ਼ ਨੂੰ ਰੱਖਿਆ ਹੈ, ਪੂਰਾ ਸੇਫ ਹਾਂ ਮੈਂ। ਔਰ ਜਦੋਂ ਟ੍ਰੇਨ ਆ ਕੇ ਪੂਰੀ ਫੋਰਸ ਨਾਲ ਵੱਜਦੀ ਉਹ ਸੀਨ ਸਭ ਨੇ ਦੇਖਿਆ ਹੈ, ਪੂਰੀਆਂ ਲੱਕੜਾਂ ਆਸੇ-ਪਾਸੇ ਖਿੰਡ ਜਾਂਦੀਆਂ ਨੇ ਔਰ ਬੜਾ ਕਿਰਪਾ ਰਹੀ ਉਸ ਸਮੇਂ ਮਾਲਿਕ ਦੀ ਕਿ ਅਸਿਸਟੈਂਟ ਦੇ ਬਿਲਕੁਲ ਕੈਮਰੇ ਦੇ ਕੋਲ ਦੀ ਲੱਕੜ ਨਿਕਲ ਕੇ ਜਾਂਦੀ ਹੈ ਪਰ ਉਹਨਾਂ ਨੂੰ ਵੱਜਦੀ ਨਹੀਂ। ਪਰ ਟ੍ਰੇਨ ਦੀ ਸਪੀਡ ਇੰਨੀ ਸੀ ਕਿ ਟ੍ਰੇਨ ਅੱਗੇ 6 ਕਿਲੋਮੀਟਰ ਜਾ ਕੇ ਰੁਕੀ। ਬਹੁਤ ਮੁਸ਼ਕਿਲ ਸੀ ਟ੍ਰੇਨ ਨੂੰ ਕੰਟਰੋਲ ਕਰ ਪਾਣਾ, ਪਰ ਫਾਈਨਲ ਸ਼ਾਟ ਹੋ ਗਿਆ। ਔਰ ਕਿਹਾ ਜਾਂਦਾ ਹੈ ਕਿ ਇਹ ਜੋ ਟ੍ਰੇਨ ਦਾ ਸ਼ਾਟ ਸੀ ਇਹ 1960 ਦੀ ਨਾਰਥ ਵੈਸਟ ਫਰੰਟੀਅਰ ਹਾਲੀਵੁੱਡ ਦੀ ਫਿਲਮ ਤੋਂ ਪ੍ਰਭਾਵਿਤ ਸੀ। ਇੰਨਾ ਖੂਬਸੂਰਤੀ ਨਾਲ ਇਹ ਸ਼ਾਟ ਫਿਲਮਾਇਆ ਗਿਆ ਕਿ ਇਸ ਸ਼ਾਟ ਨੂੰ ਦੇਖਦੇ ਸਾਰ ਦਲੀਪ ਸਾਹਿਬ ਨੇ ਕਹੀ ਸੀ ਇੱਕ ਗੱਲ ਕਿ ਜਿਸ ਦਾ ਆਗਾਜ਼ ਐਸਾ ਹੈ ਫਿਲਮ ਦਾ, ਅੰਜਾਮ ਬੜਾ ਖੂਬਸੂਰਤ ਹੋਊਗਾ। ਇਸੇ ਪਿਕਚਰ ਦੇ तमाम ਸੀਨਾਂ ਵਿੱਚੋਂ ਇੱਕ ਸੀਨ ਹੈ ਜਿੱਥੇ ਠਾਕੁਰ ਬਲਦੇਵ ਸਿੰਘ ਦੇ ਪਰਿਵਾਰ ਨੂੰ ਗਬਰ ਮਾਰ ਦਿੰਦਾ ਹੈ ਔਰ ਉਸ ਵਕਤ ਇਹ ਐਕਸਪੈਰੀਮੈਂਟ ਵੀ ਬੜਾ ਬਾਕਮਾਲ ਐਕਸਪੈਰੀਮੈਂਟ ਸੀ ਕਿ ਸਿਰਫ ਗੋਲੀ ਦੀ ਆਵਾਜ਼ ਆਉਂਦੀ ਹੈ ਔਰ ਕਰੀਦਾਰ ਰਿਐਕਟ ਕਰਦੇ ਨੇ, ਕਿਤੇ ਵੀ ਬਲੱਡ ਦਾ ਇੱਕ ਸਪੌਟ ਨਹੀਂ ਸੀ। ਔਰ ਇਸੇ ਸੀਨ ਤੋਂ ਬਾਅਦ ਜਦੋਂ ਠਾਕੁਰ ਬਲਦੇਵ ਸਿੰਘ ਘਰ ਵਾਪਸ ਆਉਂਦਾ ਹੈ, ਆਪਣੇ ਪਰਿਵਾਰ ਦੀ ਲਾਸ਼ ਦੇਖਦਾ ਹੈ, ਤਾਂ ਉਹਨਾਂ ਦੇ ਉੱਪਰ ਜੋ ਵਾਈਟ ਕਲਰ ਦਾ ਕੱਪੜਾ ਦਿੱਤਾ ਹੁੰਦਾ ਹੈ ਉਹ ਪੂਰੀ ਸਪੀਡ ਨਾਲ ਉੱਡਦਾ, ਇੱਕਦਮ ਹਵਾ ਤੇਜ਼ ਆਉਂਦੀ ਹੈ। ਉਸ ਦੇ ਲਈ ਵੀ ਬਹੁਤ ਜ਼ਿਆਦਾ ਐਫਰਟਸ ਲੱਗੀਆਂ ਸੀ ਉਸ ਸੀਨ ਨੂੰ ਫਿਲਮਾਉਣ ਲਈ। ਕਿਹਾ ਜਾਂਦਾ ਹੈ ਕਿ ਇੱਕ ਮਸ਼ੀਨ ਸੀ, ਜਦੋਂ ਉਹ ਚੱਲਦੀ ਸੀ ਤਾਂ ਕਈ ਵਾਰ ਉਹ ਬੜੇ ਪ੍ਰੈਸ਼ਰ ਨਾਲ ਕੱਪੜੇ ਦੂਰ ਤੱਕ ਸਿੱਟ ਦਿੰਦੀ ਸੀ ਜਾਂ ਕਈ ਵਾਰੀ ਚੱਲਦੀ ਸੀ ਤਾਂ ਉਹ ਕੰਮ ਹੀ ਨਹੀਂ ਕਰਦੀ ਸੀ। ਤਾਂ ਫਿਰ ਪੂਰੀ ਯੂਨਿਟ ਨੇ 에ਅਰ ਫੋਰਸ ਦੀ ਮਦਦ ਨਾਲ ਇੱਕ ਐਸੇ ਹੈਲੀਕਾਪਟਰ ਦੇ ਪੱਖੇ ਦਾ ਇੰਤਜ਼ਾਮ ਕੀਤਾ ਕਿ ਜੋ ਪੂਰੀ ਸਪੀਡ ਨਾਲ ਚੱਲਦਾ ਹੈ ਤੇ ਉਹ ਇੱਕੋ ਟੇਕ 'ਚ ਹੀ ਉਹ ਸਾਰੇ ਜਿਹੜੇ ਉਹਨਾਂ ਦੇ ਚਿਹਰਿਆਂ ਤੋਂ ਸੀ ਉਹ ਕੱਪੜੇ ਹਟਾ ਦਿੰਦਾ ਹੈ। ਇਸੇ ਪਿਕਚਰ ਵਿੱਚ ਜਦੋਂ AK ਹੰਗਲ ਸਾਹਿਬ ਸ਼ੂਟ ਕਰ ਰਹੇ ਸੀ ਤਾਂ ਉਹਨਾਂ ਦਾ ਦੇਵਾਨੰਦ ਸਾਹਿਬ ਨਾਲ ਇੱਕ ਜਗ੍ਹਾ ਤੇ ਸ਼ੂਟ ਚੱਲ ਰਿਹਾ ਸੀ। ਇੱਥੋਂ ਬਾਇਆ ਟ੍ਰੇਨ ਜਾਣਾ ਬੜਾ ਮੁਸ਼ਕਿਲ ਸੀ, ਤਾਂ ਰਮੇਸ਼ ਸਿੱਪੀ ਸਾਹਿਬ ਨੇ ਸਪੈਸ਼ਲ ਉਹਨਾਂ ਨੂੰ ਇੱਕ ਪ੍ਰਾਈਵੇਟ ਜੈਟ ਦਾ ਇੰਤਜ਼ਾਮ ਕਰਕੇ ਦਿੱਤਾ। ਉਹ ਇੱਕ ਦਿਨ ਦੇ ਸ਼ੂਟ ਲਈ ਪ੍ਰਾਈਵੇਟ ਜੈਟ 'ਚ ਉੱਥੋਂ ਗਏ, ਆਪਣਾ ਸ਼ੂਟ ਮੁਕੰਮਲ ਕੀਤਾ ਦੇਵਾਨੰਦ ਸਾਹਿਬ ਦੀ ਪਿਕਚਰ ਦਾ ਔਰ ਵਾਪਸ ਆਏ।
ਆਪਣੀ ਪਿਕਚਰ ਨੂੰ ਬਣਾਉਂਦੇ ਹੋਏ ਇਹ ਗੱਲ ਨੂੰ ਉਹਨਾਂ ਨੇ ਬੜੇ ਧਿਆਨ 'ਚ ਰੱਖਿਆ ਕਿ ਮੇਰੀ ਪਿਕਚਰ ਦੇ ਆਰਟਿਸਟ ਕਿਸੇ ਵੀ ਫਿਲਮ ਤੇ ਕਿਸੇ ਵੀ ਸੈੱਟ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ। ਸ਼ੋਲੇ ਨੂੰ ਬਣਾਉਣ ਦੇ ਟਾਈਮ ਹਰ ਇੱਕ ਛੋਟੇ ਕਿਰਦਾਰ ਤੇ ਹਰ ਇੱਕ ਸੀਨ ਤੇ ਬਹੁਤ ਜ਼ਿਆਦਾ ਮਿਹਨਤ ਹੋਈ ਹੈ। ਇੱਥੇ ਤੱਕ ਕਿ ਇੱਕ ਛੋਟਾ ਜਿਹਾ ਕਿਰਦਾਰ ਹੈ ਇਫਤਿਖਾਰ ਸਾਹਿਬ ਦਾ, ਉਹ ਕਿਸੇ ਵੀ ਕਰੈਕਟਰ ਤੋਂ ਕਰਵਾਇਆ ਜਾ ਸਕਦਾ ਸੀ, ਪਰ ਨਹੀਂ, ਰਮੇਸ਼ ਸਿੱਪੀ ਸਾਹਿਬ ਨੇ ਕਿਸੇ ਚੀਜ਼ ਨਾਲ ਸਮਝੌਤਾ ਨਹੀਂ ਕੀਤਾ, ਉਸ ਕਿਰਦਾਰ ਲਈ ਇਫਤਿਖਾਰ ਸਾਹਿਬ ਨੂੰ ਹੀ ਚੁਣਿਆ। ਸ਼ੋਲੇ ਦੀ ਐਡੀ ਸਫਲਤਾ ਦੇਖ ਕੇ ਕਈ ਲੋਕਾਂ ਨੇ ਸ਼ੋਲੇ ਦੇ ਨਾਮ ਤੇ ਪਿਕਚਰਸ ਬਣਾਈਆਂ, ਰਾਮਗढ़ के शोले, आग के शोले और ना जाने किन्ने ही ऐने शोले ਦੇ ਟਾਈਟਲ ਰੱਖੇ ਗਏ। ਸੋ ਰਾਮ ਗੋਪਾਲ ਵਰਮਾ ਜੀ ਨੇ ਵੀ ਇੱਕ ਟਰਾਈ ਕੀਤੀ ਸੀ, ਰਾਮ ਗੋਪਾਲ ਵਰਮਾ ਕੀ ਆਗ, ਜੋ ਇਸੇ ਪੈਟਰਨ ਤੇ ਬਣਾਈ ਗਈ ਫਿਲਮ ਸੀ, ਜਿਸ ਦੇ ਵਿੱਚ ਗੱਬਰ ਦਾ ਕਿਰਦਾਰ ਅਮਿਤਾਭ ਬੱਚਨ ਸਾਹਿਬ ਨੇ ਕੀਤਾ ਸੀ। ਕੋਈ ਵੀ ਫਿਲਮ ਸ਼ੋਲੇ ਨੂੰ ਟੱਚ ਕਰਨਾ ਤਾਂ ਬਹੁਤ ਦੂਰ, ਸ਼ੋਲੇ ਦੇ ਆਸ-ਪਾਸ ਵੀ ਨਹੀਂ ਆ ਕੇ ਖੜੀ। ਇਹ ਹੈ ਸ਼ੋਲੇ ਦੀ ਮਹਾਨਤਾ ਔਰ ਸਫਲਤਾ। ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਇਸ ਪਿਕਚਰ ਦੇ ਮਿਊਜ਼ਿਕ ਦੀ, ਜੋ ਆਰ ਡੀ ਬਰਮਨ ਸਾਹਿਬ ਨੇ ਕੀਤਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਜੇਪੀ ਸਿੱਪੀ ਸਾਹਿਬ 1974 ਵਿੱਚ ਆਪਣੀ ਵਾਈਫ ਨਾਲ ਫੋਰਨ ਗਏ ਤਾਂ ਉੱਥੇ ਉਹਨਾਂ ਨੇ ਇੱਕ ਮਿਊਜ਼ਿਕ ਟਰੈਕ ਸੁਣਿਆ, ਤਾਂ ਉਹਦਾ ਰਿਕਾਰਡ ਉਹ ਨਾਲ ਲੈ ਆਏ, ਤਾਂ ਆ ਕੇ ਰਮੇਸ਼ ਸਿੱਪੀ ਨੂੰ ਕਿਹਾ ਕਿ ਮੈਂ ਚਾਹੁੰਦਾ ਯਾਰ ਇਹ ਜਿਹੜਾ ਰਿਕਾਰਡ ਹੈ ਔਰ ਇਹ ਸ਼ੋਲੇ ਫਿਲਮ ਦਾ ਇੱਕ ਹਿੱਸਾ ਜ਼ਰੂਰ ਬਣਨਾ ਚਾਹੀਦਾ। ਆਰ ਡੀ ਬਰਮਨ ਸਾਹਿਬ ਨਾਲ ਸਾਂਝਾ ਕੀਤਾ ਔਰ ਕਿਹਾ ਕਿ ਇਹ ਧੁਨ ਆਪਾਂ ਨੇ ਮਿਊਜ਼ਿਕ ਨੂੰ ਕੰਪੋਜ਼ ਕਰਕੇ ਫਿਲਮ ਵਿੱਚ ਜ਼ਰੂਰ ਪਾਉਣੀ ਹੈ। ਰਾਹੁਲ ਦੇਵ ਸਾਹਿਬ ਨੇ ਸੁਣਿਆ ਤਾਂ ਉਹਨਾਂ ਦਾ ਵੀ ਸੇਮ ਹੀ ਰਿਐਕਸ਼ਨ ਸੀ, ਯਾਰ ਵੀ ਬਾਕੀ ਬਾਕਮਾਲ ਹੈ। ਤਾਂ ਉਹਨਾਂ ਨੇ ਉਸ ਨੂੰ ਕੰਪੋਜ਼ ਕੀਤਾ ਔਰ खुद अपनी आवाज़ ਵਿੱਚ ਹੀ ਡਬ ਕਰ ਲਿਆ, ਜਦਕਿ ਉਹ ਇੱਕ ਫੀਮੇਲ ਸਿੰਗਰ ਨੇ ਗਾਣਾ ਸੀ, ਜਾਨੀ ਕਿ ਆਸ਼ਾ ਜੀ ਨੇ ਗਾਣਾ ਸੀ ਔਰ ਹੈਲਨ ਜੀ ਤੇ ਫਿਲਮਾਉਣਾ ਸੀ। ਪਰ ਜਦੋਂ ਉਹ ਆਰ ਡੀ ਬਰਮਨ ਸਾਹਿਬ ਨੇ ਆਪ ਡਬ ਕਰਤਾ ਔਰ ਰਮੇਸ਼ ਸਿੱਪੀ ਸਾਹਿਬ ਨਾਲ ਸਾਂਝਾ ਕੀਤਾ, ਤਾਂ ਰਮੇਸ਼ ਸਿੱਪੀ ਸਾਹਿਬ ਨੇ ਕਿਹਾ ਯਾਰ ਇਹਨੂੰ ਇੱਦਾਂ ਹੀ ਰੱਖਾਂਗੇ, ਹੁਣ ਆਪਾਂ ਫੀਮੇਲ ਵੌਇਸ 'ਚ ਨਹੀਂ ਡਬ ਕਰਦੇ। ਪਰ ਜਾਵੇਦ ਅਖਤਰ, ਇਹ ਕਿਵੇਂ ਹੋ ਸਕਦਾ ਕਿ ਗਾਣੇ ਵਿੱਚ ਜਦ ਇੱਕ ਫੀਮੇਲ ਆਰਟਿਸਟ ਹੈ ਜਿਹਦੇ ਉੱਪਰ ਫਿਲਮਾਇਆ ਜਾਣਾ, ਆਪਾਂ ਮੇਲ ਵਿੱਚ ਕਿਵੇਂ ਰੱਖ ਸਕਦੇ ਹਾਂ? ਤਾਂ ਰਮੇਸ਼ ਸਿੱਪੀ ਸਾਹਿਬ ਨੇ ਕਿਹਾ ਇਸ ਦਾ ਜਵਾਬ ਹੈ ਮੇਰੇ ਕੋਲ, ਤਾਂ ਮੈਂ ਸੌਂਗ ਵਿੱਚ ਫੀਮੇਲ ਡਾਂਸਰ ਨਾਲ ਇੱਕ ਮੇਲ ਡਾਂਸਰ ਵੀ ਪਲਾਂਟ ਕਰੂੰਗਾ। ਸੋ ਉਹਨਾਂ ਨੇ ਉਸ ਲਈ ਜਲਾਲ ਆਗਾ ਸਾਹਿਬ ਨੂੰ ਚੁਣਿਆ ਔਰ ਦੋਨੋਂ ਉੱਪਰ ਗਾਣਾ ਫਿਲਮਾਇਆ ਗਿਆ। ਫਿਰ ਉਸ ਗਾਣੇ ਦੇ ਉੱਪਰ ਜਾਵੇਦ ਅਖਤਰ ਸਾਹਿਬ ਦਾ ਇੱਕ ਕਿੰਤੂ ਹੋਰ ਸੀ, ਕਿਉਂਕਿ ਉਹ ਗਾਣਾ ਫਿਲਮਾਇਆ ਜਾਣਾ ਸੀਗਾ ਅਮਜਦ ਖਾਨ ਸਾਹਿਬ ਦੇ ਅੱਡੇ ਤੇ। ਤਾਂ ਉਹਨਾਂ ਨੇ ਕਿਹਾ ਯਾਰ ਜੇ ਲੋਕਾਂ ਦੇ ਉੱਪਰ ਇਹ ਮੈਸੇਜ ਜਾਊਗਾ ਕਿ ਇਹ ਇੱਕ ਅਯਾਸ਼ ਡਾਕੂ ਹੈ, ਲੋਕਾਂ ਵਿੱਚ ਉਸਦੇ ਖੌਫ ਜੋ ਹੈ, ਉਹਦੇ ਖੌਫ ਦੀ ਪਕੜ ਕਮਜ਼ੋਰ ਹੋ ਜੂਗੀ। ਮਹਿਬੂਬਾ ਦਾ ਜੋ ਸੌਂਗ ਫਿਲਮਾਂਕਣ ਹੋਇਆ ਉਹ ਇੱਕ ਬੰਜਾਰਿਆਂ ਦੀ ਬਸਤੀ ਵਿੱਚ ਹੁੰਦਾ, ਜਿੱਥੇ ਇੱਕ ਅਸਲੇ ਦੇ ਜ਼ਖੀਰੇ ਦੀ ਡੀਲ ਹੋਣੀ ਹੁੰਦੀ ਹੈ, ਜਿੱਥੇ ਗੱਬਰ ਆਉਂਦਾ ਅਸਲਾ ਲੈਣ ਲਈ। ਤਾਂ ਉਹਨਾਂ ਦਾ ਜੋ ਉਸ ਦੇ ਵਿੱਚ ਸਰਦਾਰ ਦਿਖਾਇਆ, ਉਸ ਬੰਜਾਰਿਆਂ ਦਾ ਸਰਦਾਰ ਦਿਖਾਇਆ, ਉਹਦਾ ਨਾਮ ਹਬੀਬ ਹੈ ਔਰ ਹਬੀਬ ਜੀ ਨੇ ਕਰਨਾ ਸੀ ਕਾਲੀਆ ਦਾ ਕਿਰਦਾਰ, ਪਰ ਫਿਲਮ ਦੀ ਵਿਅਸਤਾ ਕਾਰਨ ਉਹਨਾਂ ਨੂੰ ਉਹ ਕਿਰਦਾਰ ਛੱਡਣਾ ਪਿਆ। ਪਰ ਜਿੱਦਾਂ ਹੀ ਉਹ ਵਾਪਸ ਆਏ ਤਾਂ ਉਹਨਾਂ ਨੇ ਰਮੇਸ਼ ਸਿੱਪੀ ਨੂੰ ਕਿਹਾ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ੋਲੇ ਦਾ ਹਿੱਸਾ ਬਣਾਇਆ ਜਾਵੇ, ਤਾਂ ਉਹ ਕਿਰਦਾਰ ਰਮੇਸ਼ ਸਿੱਪੀ ਸਾਹਿਬ ਨੇ ਹਬੀਬ ਜੀ ਤੋਂ ਕਰਵਾਇਆ। ਮਹਿਬੂਬਾ ਸੌਂਗ ਦੇ ਵਿੱਚ ਗਿਟਾਰ ਦੇ ਪੀਸ ਵੱਲ ਧਿਆਨ ਚਲਾ ਜਾਂਦਾ ਹੈ। ਉਹ ਗਿਟਾਰ ਦਾ ਪੀਸ ਭੁਪਿੰਦਰ ਸਿੰਘ ਜੀ ਨੇ ਵਜਾਇਆ ਸੀ। ਬੜੇ ਘੱਟ ਲੋਕਾਂ ਨੂੰ ਪਤਾ ਹੈ, ਉਹ ਬਹੁਤ ਅੱਛੇ ਸਿੰਗਰ ਨਾਲ ਹੀ ਗਿਟਾਰਿਸਟ ਬੜੇ ਬਾਕਮਾਲ ਸੀ। ਉਹਨਾਂ ਦਾ ਜੋ ਗਿਟਾਰ ਦੇ ਤੁਸੀਂ ਪੀਸ ਸੁਣਦੇ ਹੋ, ਤਕਰੀਬਨ ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਦਮ ਮਾਰੋ ਦਮ ਔਰ ਚੁਰਾ ਲਿਆ ਹੈ ਤੁਮਨੇ ਦਿਲ ਕੋ, ਉਸ ਵੀ ਗਿਟਾਰ ਉਹਨਾਂ ਦਾ ਵੱਜਿਆ ਹੈ। ਮਹਿਬੂਬਾ 'ਚ ਜੋ ਉਹਨਾਂ ਨੇ ਪੀਸ ਵਜਾਇਆ ਹੈ ਆਰ ਡੀ ਬਰਮਨ ਜੀ ਦੇ ਕਹਿਣ ਤੇ, ਉਹ ਸੁਣਦਾ ਹੀ ਬਣਦਾ ਹੈ। ਇਸ ਤੋਂ ਬਾਅਦ ਜੋ ਦੂਸਰਾ ਗੀਤ ਹੈ ये दोस्ती हम नहीं छोड़ेंगे, ਇਸ ਦੀ ਵੀ ਇੱਕ ਅਲੱਗ ਕਹਾਣੀ ਹੈ। ਇਸ ਫਿਲਮ ਦੇ ਕੈਮਰਾਮੈਨ ਦਵਾਰਕਾ ਜੀ ਨੇ ਕਿਹਾ ਕਿ ਇਸ ਨੂੰ ਇਸ ਤਰੀਕੇ ਨਾਲ ਸ਼ੂਟ ਕਰਾਂਗੇ ਕਿ ਲੋਕਾਂ ਨੂੰ ਇਹ ਲੱਗੇ ਕਿ ਜੈ ਔਰ ਵੀਰੂ ਨਾਲ ਉਹ ਸਫ਼ਰ ਤੇ ਆਪ ਹਨ। ਤਾਂ ਇੱਕ ਬਹੁਤ ਵੱਡਾ ਟਰੱਕ ਹਾਇਰ ਕੀਤਾ ਔਰ ਉਸ ਦੇ ਪਿੱਛੇ ਜੋ ਖੁੱਲੀ ਜਗ੍ਹਾ ਹੁੰਦੀ ਹੈ ਉਸ ਵਿੱਚ ਕੈਮਰਾ ਫਿੱਟ ਕਰ ਲਿਆ ਔਰ ਉਸ ਦੇ ਦੂਸਰੇ ਕਾਰਨਰ ਤੇ ਮੋਟਰਸਾਈਕਲ ਨੂੰ ਬੰਨਿਆ ਗਿਆ ਔਰ ਉਹ ਪੂਰਾ ਗਾਣਾ ਉਸ ਟਰੱਕ ਦੇ ਵਿੱਚ ਸ਼ੂਟ ਹੋਇਆ ਔਰ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਵਾਕਈ ਹੀ ਉਹ ਉਸ ਗਾਣੇ ਨੂੰ ਜੀ ਰਿਹਾ ਹੈ ਜਾਂ ਉਸ ਗਾਣੇ ਦੇ ਨਾਲ ਸਫ਼ਰ ਕਰ ਰਿਹਾ ਹੈ। ਔਰ ਉਸ ਤੋਂ ਅਗਲਾ ਸੌਂਗ ਜਬ ਤੱਕ ਹੈ ਜਾਨ ਹੇਮਾ ਜੀ ਤੇ ਫਿਲਮਾਇਆ ਗਿਆ ਸੀ। ਜਿੱਥੇ ਵੀ ਤਕਰੀਬਨ ਹੇਮਾ ਜੀ ਦਾ ਕੋਈ ਸ਼ੋਅ ਹੁੰਦਾ ਸੀ ਜਾਂ ਕਿਤੇ ਬੋਲਣ ਲਈ ਕਿਤੇ ਚੀਫ ਗੈਸਟ ਜਾਂਦੇ ਸੀ ਤਾਂ ਇੱਕੋ ਹੀ ਸੌਂਗ ਦੀ ਡਿਮਾਂਡ ਹੁੰਦੀ ਸੀ, ਜਬ ਤੱਕ ਹੈ ਜਾਨ। ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਇਸ ਬਾਰੇ ਦੱਸਿਆ ਹੋਇਆ ਹੈ। ਰਮੇਸ਼ ਸਿੱਪੀ ਸਾਹਿਬ ਨੇ ਇਸ ਗੀਤ ਨੂੰ ਪੂਰੀ ਧੁੱਪ ਵਿੱਚ ਫਿਲਮਾਇਆ ਗਿਆ, ਇਸ ਕਰਕੇ ਫਿਲਮਾਇਆ ਸੀ ਤਾਂ ਜੋ ਉਹ ਹੇਮਾ ਜੀ ਗਰਮੀ ਨੂੰ ਮਹਿਸੂਸ ਕਰ ਸਕਣ ਔਰ ਉਸ ਦੇ ਐਕਸਪ੍ਰੈਸ਼ਨ ਆ ਸਕਣ। ਔਰ ਸਭ ਤੋਂ ਡਿਫਿਕਲਟ ਪਾਰਟ ਸੀਗਾ ਉਸ ਦੇ ਵਿੱਚ ਕੰਚ ਦਾ ਤੋੜਿਆ ਜਾਣਾ ਔਰ ਉਸ ਕੰਚ ਦੇ ਉੱਪਰ ਹੇਮਾ ਜੀ ਦਾ ਡਾਂਸ। ਔਰ ਇੰਨੇ ਪੱਥਰ ਗਰਮ ਹੋ ਜਾਂਦੇ ਸੀ ਧੁੱਪ ਦੇ ਕਾਰਨ ਕਿ ਅਸਿਸਟੈਂਟ ਪਾਣੀ ਦੀ ਬੋਤਲ ਲੈ ਕੇ ਖੜਾ ਰਹਿੰਦਾ ਸੀ। ਜਿੱਦਾਂ ਹੀ ਡਾਇਰੈਕਟਰ ਕੱਟ ਬੋਲਦਾ ਸੀ ਤਾਂ ਉਹ ਅਸਿਸਟੈਂਟ ਆ ਕੇ ਹੇਮਾ ਜੀ ਦੇ ਪੈਰਾਂ ਉੱਪਰ ਪਾਣੀ ਦੇ ਛਿੱਟੇ ਮਾਰਿਆ ਕਰਦਾ ਸੀ, ਉਹਨਾਂ ਦੇ ਪੈਰਾਂ ਨੂੰ ਰਿਲੀਫ ਦਵਾਇਆ ਜਾਂਦਾ ਸੀ। ਫਿਰ
ਰਮੇਸ਼ ਜੀ ਨੇ ਦੇਖਦੇ ਹੋਏ ਉਹਨਾਂ ਦੀ ਵਿਗੜਦੀ ਹਾਲਾਤ ਔਰ ਇਹ ਪ੍ਰੋਬਲਮਸ ਦੇਖਦੇ ਹੋਏ ਰਮੇਸ਼ ਸਿੱਪੀ ਸਾਹਿਬ ਨੇ ਕਿਹਾ ਕਿ ਜਿੰਨੇ ਕਲੋਜ਼-ਅਪ ਸ਼ਾਟ ਨੇ ਉਹ ਤੁਸੀਂ ਨੰਗੇ ਪੈਰ ਕਰੋ ਔਰ ਜਿੰਨੇ ਵਾਈਡ ਸ਼ਾਟਸ ਨੇ ਉਸ ਦੇ ਵਿੱਚ ਤੁਸੀਂ ਕੁਝ ਆਪਣੇ ਪੈਰਾਂ ਵਿੱਚ ਪਾ ਲਿਆ ਕਰੋ। ਅਗਲੇ ਗਾਣੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੋਈ ਹਸੀਨਾ ਜਬ रूठ जाती है, ਜੋ ਗਾਣਾ ਸੀ ਇਸ ਦੀ ਵੀ ਇੱਕ ਕਹਾਣੀ ਹੈ। ਇਹ ਗਾਣਾ ਸਵੇਰ ਦੇ 7:30 ਵਜੇ ਸ਼ੂਟ ਕੀਤਾ ਗਿਆ, ਕਿਉਂਕਿ ਜੇ ਇਸ ਸਕੈਜੂਲ ਦੇ ਵਿੱਚ ਇਹ ਗਾਣਾ ਨਾ ਸ਼ੂਟ ਹੁੰਦਾ ਤਾਂ ਇਹ ਅਗਲੇ ਸਕੈਜੂਲ 'ਚ ਚਲਾ ਜਾਣਾ ਸੀ, ਕਿਉਂਕਿ ਗਾਣੇ ਦੇ ਵਿੱਚ ਵਰਡਿੰਗ ਹੈ स्टेशन से गाड़ी जब छूट जाती है तो 1 2 3 हो जाती है। सो कैमरामैन चाਹੁੰਦੇ ਸੀ ਕਿ ਨਾਲ ਗੱਡੀ ਦਾ ਵੀ ਸ਼ਾਟ ਆਵੇ। ਸੋ ਰੇਲ ਗੱਡੀ ਉਸ ਟਰੈਕ ਤੇ ਜਿਵੇਂ ਪਹਿਲਾਂ ਸੀ ਤੁਹਾਨੂੰ ਦੱਸਿਆ 2 ਵਾਰ ਆਉਂਦੀ ਸੀ, ਇੱਕ ਵਾਰ ਮਾਰਨਿੰਗ ਇੱਕ ਵਾਰ ਈਵਨਿੰਗ। ਤਾਂ ਮਾਰਨਿੰਗ ਟ੍ਰੇਨ ਦਾ ਐਗਜ਼ੈਕਟ ਟਾਈਮ 7:30 ਸੀ। ਤਾਂ ਪੂਰੀ ਕਰੂ ਐਂਡ ਕਾਸਟ ਜਿੰਨੀ ਵੀ ਟੀਮ ਸੀ ਜਿਨ੍ਹਾਂ ਨੇ ਉਹ ਗਾਣੇ ਦਾ ਫਿਲਮਾਂਕਣ ਕਰਨਾ ਸੀ ਸਹੀ 7:30 ਵਜੇ ਉਸ ਸਪੌਟ ਤੇ ਸੀਗੇ ਜਿੱਥੋਂ ਗਾਣਾ ਫਿਲਮਾਇਆ ਜਾਂਦਾ। ਤਾਂ ਕੈਮਰੇ 'ਚ ਜਿੱਦਾਂ ਹੀ ਗੱਡੀ ਵਾਲਾ ਸ਼ਾਟ ਚੱਲਦਾ ਸੀ ਤਾਂ ਜਿੱਦਾਂ ਹੀ ਉਹ ਵਰਡਿੰਗ ਆਉਂਦੀ ਸੀ ਤਾਂ ਫਟਾਫਟ ਉਨੇ ਕੁ ਟਾਈਮ ਦੇ ਵਿੱਚ ਉਹ ਜਿਹੜਾ ਸੀਗਾ ਸਿੰਕ ਉਹਨਾਂ ਨੇ ਸ਼ੂਟ ਕੀਤਾ ਜਿੰਨੇ ਵਿੱਚ ਉਹ ਟ੍ਰੇਨ ਉੱਥੋਂ ਦੀ ਗੁਜ਼ਰਦੀ ਹੈ। ਇੱਕ ਵਾਰ ਵਿੱਚ ਹੀ ਉਹਨਾਂ ਨੂੰ ਉਹ ਸ਼ੂਟ ਫਾਈਨਲ ਸ਼ਾਟ ਲੈਣਾ ਪਿਆ ਕਿਉਂਕਿ ਉਹਦੇ ਵਿੱਚ ਰੀਟੇਕ ਦਾ ਕੋਈ ਚਾਂਸ ਹੀ ਨਹੀਂ ਸੀ। ਚਲਦੇ ਚਲਦੇ ਆਪਾਂ ਵੀ ਫਿਲਮ ਦੇ ਕਲਾਈਮੈਕਸ ਤੱਕ ਪਹੁੰਚ ਹੀ ਗਏ ਹਾਂ। ਸੋ ਜਿੱਦਾਂ ਹੀ ਪਿਕਚਰ ਰਿਲੀਜ਼ ਹੋਈ ਤਾਂ ਇਸ ਨੂੰ ਫਲॉप ਕਰਵਾਉਣ ਦਾ ਜੋ ਤਾਣਾ ਬਾਣਾ ਸੀ, ਜੋ ਜਾਲ ਸੀ ਉਹ ਬੁਣਨਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹਨਾਂ ਦੇ ਜੋ ਸਮਕਾਲੀ ਡਾਇਰੈਕਟਰ ਸੀ ਉਹਨਾਂ ਨੂੰ ਇਹ ਹੋ ਚੁੱਕਿਆ ਸੀ, ਆਭਾਸ ਜਾਂ ਗਿਆਨ ਆਪਾਂ ਕਹਿ ਸਕਦੇ ਹਾਂ ਹੋ ਚੁੱਕਿਆ ਸੀ ਕਿ ਜੇ ਫਿਲਮ ਪਰਦੇ ਤੇ ਆ ਗਈ ਇਸ ਫਿਲਮ ਨੇ ਸਿਨੇਮਾ ਜਗਤ ਦੀ ਨੁਹਾਰ ਹੀ ਬਦਲ ਦੇਣੀ। ਉਹਨਾਂ ਨੇ ਇਹ ਪਲਾਨ ਕੀਤਾ ਕਿ ਫਿਲਮ ਦੇ ਫਸਟ ਸ਼ੋਅ 'ਚ ਸਭ ਜ਼ਿਆਦਾ ਤੋਂ ਜ਼ਿਆਦਾ ਆਪਣੇ ਬੰਦੇ ਭੇਜੇ ਜਾਣ ਔਰ ਉਹ ਆ ਕੇ ਸਿਰਫ ਇੱਕੋ ਹੀ ਗੱਲ ਕਹਿਣ ਕਿ ਗੱਲ ਨਹੀਂ ਬਣੀ। ਉਸ ਟਾਈਮ ਦੇ ਕਸਟਮ ਆਫੀਸਰਸ ਦਾ ਵੀ ਬਹੁਤ ਵੱਡਾ ਰੋਲ ਸੀ। ਪਿਕਚਰ 70 mm ਤੇ ਰਿਲੀਜ਼ ਹੋਣੀ ਸੀ। ਉਹਨਾਂ ਦਿਨਾਂ ਵਿੱਚ 70 mm ਦੇ ਜੋ ਪ੍ਰਿੰਟ ਸੀ ਉਹ ਹਿੰਦੁਸਤਾਨ ਵਿੱਚ ਡਿਵੈਲਪ ਨਹੀਂ ਹੁੰਦੇ ਸੀ, ਲੰਡਨ ਤੋਂ ਡਿਵੈਲਪ ਹੋ ਕੇ ਆਉਂਦੇ ਸੀ। ਤਾਂ ਕਸਟਮ ਵਾਲਿਆਂ ਨੂੰ ਇਹ ਲੱਗਿਆ ਕਿ ਸਾਨੂੰ ਬੁਲਾਇਆ ਜਾਊਗਾ ਫਸਟ ਸ਼ੋਅ ਤੇ ਔਰ ਸਾਡਾ ਬਹੁਤ VIP ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਊਗਾ, ਪਰ ਰਮੇਸ਼ ਸਿੱਪੀ ਸਾਹਿਬ ਨੇ ਕਿਸੇ ਨੂੰ ਨਹੀਂ ਬੁਲਾਇਆ, ਸਿਰਫ ਆਪਣੀ ਕੁਝ ਆਡੀਅנס ਰੱਖੀ ਸੀ ਬੰਬੇ ਦੇ ਜੋ ਉਸ ਪਿਕਚਰ ਨੂੰ ਦੇਖਦੇ। ਤਾਂ ਉਹਨਾਂ ਦੇ ਮਨ 'ਚ ਇਹ ਹੋਇਆ ਵੀ ਸਾਨੂੰ ਇਨਵੀਟੇਸ਼ਨ ਨਹੀਂ ਆਇਆ ਜਾਂ ਸਾਨੂੰ ਨਹੀਂ ਬੁਲਾਇਆ ਗਿਆ, ਤਾਂ ਉਹਨਾਂ ਨੇ ਉਹ ਪ੍ਰਿੰਟਸ ਰੋਕ ਲਏ। ਮਜਬੂਰਨ ਰਮੇਸ਼ ਸਿੱਪੀ ਸਾਹਿਬ ਨੂੰ ਜੋ ਫਸਟ ਸ਼ੋਅ ਸੀ ਉਹ 35 mm ਤੇ ਹੀ ਰਿਲੀਜ਼ ਕਰਨਾ ਪਿਆ ਔਰ ਉਹ ਗੱਲ ਬਣ ਨਹੀਂ ਸਕੀ ਕਿਉਂਕਿ ਜਿੱਦਾਂ ਦਾ ਉਹ ਸਟੀਰੀਓਫੋਨਿਕ ਔਰ 70 mm ਦਾ ਲਾ ਕੇ ਚੱਲ ਰਹੇ ਸੀ ਜੋ ਜੋਸ਼ ਸੀ ਲੋਕਾਂ ਦੇ ਵਿੱਚ ਉਹ ਪੂਰਾ ਨਹੀਂ ਹੋ ਸਕਿਆ। ਜਦੋਂ ਰਮੇਸ਼ ਸਿੱਪੀ ਸਾਹਿਬ ਨੇ ਦੇਖਿਆ ਕਿ ਕਸਟਮ ਵਾਲੇ ਰਾਹ ਨਹੀਂ ਦੇ ਰਹੇ, ਬਹੁਤ ਜ਼ਿਆਦਾ ਉਹਨਾਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਨੇ ਕੁਝ ਆਪਣੇ ਸੈਂਟਰ ਦੇ ਲੀਡਰਸ ਸੀ ਉਹਨਾਂ ਨਾਲ ਤਾਲਮੇਲ ਕੀਤਾ। ਸੂਚਨਾ ਵਿਭਾਗ ਨੂੰ ਵਿੱਚ ਆਉਣਾ ਪਿਆ ਔਰ ਉਹਨਾਂ ਨੂੰ ਵਿੱਚ ਆਉਣ ਦਾ ਦੇਖ ਇੱਕਦਮ ਕਸਟਮ ਹਰਕਤ 'ਚ ਆਇਆ ਔਰ ਉਹ ਪ੍ਰਿੰਟ ਰਿਲੀਜ਼ ਕਰਤੇ ਦੇ ਦਿੱਤੇ ਜੋ ਕਿ ਦੂਸਰੇ ਦਿਨ ਚਲਾਏ ਗਏ, ਪਰ ਉਹ ਇੰਪੈਕਟ ਨਹੀਂ ਆਉਂਦਾ। ਉਸ ਤੋਂ ਪਹਿਲਾਂ ਹੀ ਕੁਝ ਕ੍ਰਿਟਿਕਸ ਨੇ ਇਹ ਰਾਏ ਬਣਾਤੀ ਸੀ ਉਸ ਪਿਕਚਰ ਬਾਰੇ ਕਿ ਇਹ ਪਿਕਚਰ ਫਲॉप ਹੈ। ਕਈਆਂ ਨੇ ਉਸ ਪਿਕਚਰ ਨੂੰ ਠੰਡੇ ਅੰਗਾਰੇ ਦਾ ਰੂਪ ਦੇ ਦਿੱਤਾ। ਕਈ ਅਖਬਾਰਾਂ ਨੇ ਲਿਖਿਆ ਕਿ ਇਸ ਫਿਲਮ ਦੀ ਅਸਫਲਤਾ ਤੋਂ ਬਾਅਦ ਪਤਾ ਲੱਗ ਜੂਗਾ ਡਾਇਰੈਕਟਰਸ ਨੂੰ ਵੱਡੀ ਫਿਲਮ ਬਣਾਉਂਦੇ ਹੋਏ ਕੀ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਦਾ ਟ੍ਰਿਬਿਊਨ ਦੇ KL ਮਾੜੀ ਨੇ ਇੱਥੋਂ ਤੱਕ ਲਿਖਤਾ ਕਿ ਦੋਨੇ ਅਭਿਨੇਤਰੀਆਂ ਤੋਂ ਆਪਣੀ ਕੋਈ ਸਾਖ ਨਹੀਂ ਛੱਡੀ ਗਈ ਔਰ ਇਹ ਸ਼ੋਲੇ ਨਹੀਂ ਬਲਕਿ ਬੁਝੇ ਹੋਏ ਸ਼ੋਲੇ ਨੇ। ਔਰ ਫਿਲਮੀ ਮੈਗਜ਼ੀਨ ਦੇ ਪੱਤਰਕਾਰ ਵਿਕਰਮ ਸਿੰਘ ਨੇ ਉਦੋਂ ਇਹ ਲਿਖਿਆ ਫਿਲਮ ਲੋਕਾਂ ਨੂੰ ਕਤਈ ਪਸੰਦ ਨਹੀਂ ਆਊਗੀ, ਇਹ ਬਿਲਕੁਲ ਹੀ ਜ਼ੀਰੋ। ਔਰ ਜੇ ਗੱਲ ਕਰਦੇ ਆ ਉਸ ਸਮੇਂ ਦੇ ਕੁਝ ਹਿੱਟ ਐਕਟਰਸ ਔਰ ਡਾਇਰੈਕਟਰਸ ਦੀ, ਤਾਂ ਉਹਨਾਂ ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੱਲ, ਤਾਂ ਦਲੀਪ ਕੁਮਾਰ ਸਾਹਿਬ ਨੇ ਦੇਖ ਕੇ ਕਿਹਾ ਸੀ ਕਿ ਪਿਕਚਰ ਦਾ ਆਲਮ ਬਾ ਕਮਾਲ ਹੈ ਜਦੋਂ ਉਹਨਾਂ ਨੇ ਟ੍ਰੇਨ ਵਾਲਾ ਸ਼ਾਟ ਦੇਖਿਆ ਸੀ। ਤਾਂ ਰਾਜ ਕਪੂਰ ਸਾਹਿਬ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਪਿਕਚਰ ਤਾਂ ਬੜੀਆ ਹੈ ਜੀ ਪਰ इसमें रोमांस कम है। और गल हुई जो राजेंद्र कुमार साहब नाल तो उन्होंने कहा कि फिल्म में यार कोई मदर फिगर नहीं है, ये कहानी कंप्लीट नहीं है। किहड़ा ऐसा दोस्त है जो अपने दोस्त दे ब्याह दे विच अड़ंगा पाउंदा है। कुछ शॉट्स नूं चेंज करना पिया और कुछ शॉट्स नूं कटना पिया। सब तो पहला तो गल करदे हां इस दा एंड, इस दा एंड बिल्कुल ही इस दे उल्ट सी, ਉਸ ਨੂੰ ਚੇਂਜ ਕਰਨਾ ਪਿਆ। ਐਂਡ ਵਿੱਚ ਕੀ ਸੀ ਕਿ ਠਾਕੁਰ ਗੱਬਰ ਨੂੰ ਮਾਰ ਦਿੰਦਾ ਹੈ। ਉਹਨਾਂ ਦਿਨਾਂ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਤਾਂ ਸੈਂਸਰ ਨੇ ਇਸ ਸੀਨ ਨੂੰ ਜਵਾਬ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਇੱਕ ਐਕਸ ਪੁਲਿਸ ਕਰਮਚਾਰੀ ਇਸ ਚੀਜ਼ ਨਾਲ ਲੋਕਾਂ ਨੂੰ ਗਲਤ ਮੈਸੇਜ ਜਾਂਦਾ ਹੈ। ਔਰ ਦੂਸਰਾ ਸੀਨ ਜੋ ਇਸ ਫਿਲਮ ਵਿੱਚੋਂ ਕੱਟਿਆ ਗਿਆ ਉਹ ਸੀ ਸਚਿਨ ਪਿਲਗਾਓਂਕਰ ਨੂੰ
ਅਮਜਦ ਖਾਨ ਜਦੋਂ ਮਾਰਦੇ ਨੇ ਬੜੇ ਬਰੂਟਲ ਤਰੀਕੇ ਨਾਲ ਮਾਰਦੇ ਨੇ, ਪਰ ਇਸ ਪਿਕਚਰ ਵਿੱਚ ਦਿਖਾਇਆ ਗਿਆ ਕਿ ਅਮਜਦ ਖਾਨ ਸਾਹਿਬ ਲੇਟੇ ਹੁੰਦੇ ਨੇ ਔਰ ਜਿੱਦਾਂ ਹੀ ਫਰੇਮ ਦੇ ਵਿੱਚ ਸਚਿਨ ਪਿਲਗਾਓਂਕਰ ਆਉਂਦੇ ਨੇ ਔਰ ਦੂਸਰੇ ਪਾਸੇ ਉਹਨਾਂ ਦੇ ਹੱਥ ਉੱਪਰ ਇੱਕ ਬਲੈਕ ਕਲਰ ਦੀ ਕੀੜੀ ਆਉਂਦੀ ਹੈ ਜਾਂ ਕੀੜਾ ਜੋ ਵੀ ਹੈ ਉਸ ਨੂੰ ਇੱਦਾਂ ਕਰਕੇ ਮਾਰ ਦਿੰਦੇ ਨੇ ਐਂਡ ਫਰੇਮ ਕੱਟ ਹੋ ਜਾਂਦਾ ਹੈ। 2 ਸੀਨ। ਔਰ ਫਿਲਮ ਦੇ ਵਿੱਚ ਇੱਕ ਕਵਾਲੀ ਸੀ ਜਿਸ ਦੀ ਟਾਈਮਿੰਗ ਘੱਟੋ ਘੱਟ 10 ਮਿੰਟ ਸੀ। ਇਹ ਫਿਲਮਾਈ ਜਾਣੀ ਸੀ ਜੇਲ੍ਹ ਦੇ ਵਿੱਚ। ये चांद सा कोई चेहरा न पहलू में हो। ਪਰ ਇਸ ਨੂੰ ਕੱਟਣਾ ਪਿਆ ਫਿਲਮ ਦੀ ਵੱਧਦੀ ਹੋਈ ਲੈਂਥ ਦੇ ਕਾਰਨ। ਇੱਕ ਇੰਟਰਵਿਊ ਦੇ ਵਿੱਚ ਆਨੰਦ ਬਖਸ਼ੀ ਸਾਹਿਬ ਨੇ ਕਿਹਾ ਸੀ ਕਿ ਜੇਕਰ ਇੱਕ ਕਵਾਲੀ ਸ਼ੂਟ ਹੋ ਜਾਂਦੀ ਔਰ ਲੋਕਾਂ ਵਿੱਚ ਪਬਲਿਸ਼ ਹੋ ਜਾਂਦੀ ਤਾਂ ਮੇਰਾ ਸਿੰਗਿੰਗ ਦਾ ਪ੍ਰੋਫੈਸ਼ਨ ਵੀ ਚੱਲ ਜਾਂਦਾ। ਜਿੱਥੇ ਇਸ ਪਿਕਚਰ ਨੇ ਬਿਜ਼ਨਸ ਦੇ ਸਮੀਕਰਨ ਬਦਲੇ, ਵਿਰੋਧੀਆਂ ਦੇ ਸਮੀਕਰਨ ਬਦਲੇ, ਸਿਨੇਮਾ ਦੇ ਸਮੀਕਰਨ ਬਦਲੇ, ਲੋਕਾਂ ਦੀ ਰਾਏ ਬਦਲਤੀ, ਬਟ ਜਿੰਨਾ ਇਸ ਪਿਕਚਰ ਉੱਪਰ ਮਿਹਨਤ ਹੋਈ, ਟਾਈਮ ਲੱਗਿਆ, ਜਦੋਂ ਇਹ ਪ੍ਰੋਜੈਕਟ ਤੈਅ ਕੀਤਾ ਗਿਆ ਸੀ ਤਾਂ ਇਸ ਦਾ ਬਜਟ 1 ਕਰੋੜ ਲਗਾਇਆ ਸੀ। ਲੇਟ ਡਿਲੇ ਬਹੁਤ ਕੁਝ ਹੋਣ ਕਾਰਨ ਇਸ ਦਾ ਬਜਟ 1 ਤੋਂ 3 ਕਰੋੜ ਹੋ ਗਿਆ। ਬਟ ਪਿਕਚਰ ਨੇ ਜੋ ਕਮਾਈ ਕੀਤੀ, ਜੋ ਇਸ ਦਾ ਆਲ ਓਵਰ ਬਿਜ਼ਨਸ ਸੀ, ਉਹ 30 ਕਰੋੜ ਸੀ। ਬੇਸ਼ੱਕ ਅੱਜ ਹਿੰਦੀ ਸਿਨੇਮਾ ਜਗਤ 100 ਕਰੋੜ ਦੇ ਕਲੱਬ ਵਿੱਚ ਆਪਣੀਆਂ ਫਿਲਮਾਂ ਲੈ ਜਾਂਦਾ ਹੈ। ਹੋ ਸਕਦਾ ਹੈ ਕਈ ਫਿਲਮਾਂ ਦਾ ਬਿਜ਼ਨਸ ਸ਼ੋਲੇ ਦੇ ਆਲ ਟਾਈਮ ਬਿਜ਼ਨਸ ਜਿੰਨਾ ਹੋਵੇ, ਜੋ ਫਿਲਮਾਂ 1 ਡੇ ਕਰ ਜਾਂਦੀਆਂ ਨੇ। 30 ਕਰੋੜ ਕਈ ਫਿਲਮਾਂ ਇੱਕ ਦਿਨ ਵਿੱਚ ਵੀ ਕਮਾ ਲੈਂਦੀਆਂ ਨੇ ਕਿਉਂਕਿ ਅੱਜ ਕੱਲ੍ਹ ਫਸਟ 3 ਡੇ ਦਾ ਬਿਜ਼ਨਸ ਗਿਣਿਆ ਜਾਂਦਾ ਹੈ। ਪਰ ਬਾਲੀਵੁੱਡ ਦੁਬਾਰਾ ਸ਼ੋਲੇ ਰੀਕ੍ਰੀਏਟ ਨਹੀਂ ਕਰ ਸਕਿਆ। ਐਡੀ ਮਹਾਨ ਫਿਲਮ ਦੁਬਾਰਾ ਨਹੀਂ ਬਣ ਸਕੀ ਹਲੇ ਤੱਕ। ਹੋ ਸਕਦਾ ਹੈ ਸ਼ਾਇਦ ਅੱਗੇ ਵੀ ਸਿਨੇਮਾ ਐਸਾ ਨਾ ਕਰ ਪਾਵੇ। ਫਿਲਮ ਦੀ ਲੋਕਪ੍ਰਿਯਤਾ ਇੰਨੀ ਹੈ ਕਿ ਇੱਕ ਸ਼ੋਅ ਦੇ ਵਿੱਚ ਇੱਕ ਐਂਕਰ ਨੇ ਕਿਹਾ ਸੀ ਕਿ ਸਾਡਾ ਰਾਸ਼ਟਰੀ ਪੰਛੀ ਮੋਰ ਹੈ, ਤਾਂ ਕਿਉਂ ਨਹੀਂ ਸ਼ੋਲੇ ਨੂੰ ਰਾਸ਼ਟਰੀ ਫਿਲਮ ਘੋਸ਼ਿਤ ਕਰ ਦਿੱਤਾ ਜਾਂਦਾ। ਔਰ ਇੱਥੇ ਹੀ ਬਸ ਨਹੀਂ, ਇੱਕ 20 ਸਾਲ ਦਾ ਮੁੰਡਾ ਆਪਣੇ ਚੈਨਲ ਦੇ ਉੱਪਰ ਕੁਝ ਕਿੱਸੇ, ਕੁਝ ਸੰਵਾਦ ਦੇ ਵਿੱਚ ਕਰਨ ਕਾਕੜਾ ਕਹਾਣੀ ਚੁਣਦਾ ਸ਼ੋਲੇ ਨੂੰ ਸਟੋਰੀ ਬਣਾਉਣ ਲਈ। ਇਹ ਪਿਕਚਰ ਦੀ ਪਪੂਲੈਰਿਟੀ ਨਹੀਂ ਤਾਂ ਹੋਰ ਕੀ ਹੈ। ਉਮੀਦ ਕਰਦੇ ਹਾਂ ਸਾਡਾ ਇਹ ਟ੍ਰਿਬਿਊਟ ਜੋ ਅਸੀਂ 50ਵੇਂ ਸਾਲ ਵਿੱਚ ਯਾਨੀ ਕਿ 46 ਹੋ ਗਏ ਨੇ, 5ਵੇਂ ਦਹਾਕੇ ਵਿੱਚ ਪਿਕਚਰ ਨੂੰ ਦੇ ਰਹੇ ਹਾਂ, ਆਪ ਸਭ ਨੂੰ ਪਸੰਦ ਆਇਆ ਹੋਵੇਗਾ। ਔਰ ਜੇ ਆਪ ਸਭ ਨੂੰ ਸਾਡੇ ਸਾਰੇ ਸੈਗਮੈਂਟ ਪਸੰਦ ਆ ਰਹੇ ਨੇ, ਸਾਡੇ ਸਾਰੇ ਐਪੀਸੋਡ ਪਸੰਦ ਆ ਰਹੇ ਨੇ ਤਾਂ ਪਲੀਜ਼ ਲਾਲ ਰੰਗ ਦਾ ਬਟਨ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਉਹ ਬੈਲ ਨਾ ਪ੍ਰੈਸ ਕਰਨਾ ਭੁੱਲਣਾ ਤਾਂ ਜੋ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਬੈਲ ਪਹੁੰਚ ਜਾਏ। ਔਰ ਜੇ ਨਹੀਂ ਕਰੋਗੇ ਤਾਂ ਫਿਰ ਗੱਬਰ ਆ ਜਾਏਗਾ। ਇਸੇ ਨਾਲ ਹੀ ਆਪ ਸਭ ਨੂੰ ਬਹੁਤ ਸਾਰਾ ਆਦਰ ਤੇ ਪਿਆਰ। सो जा नहीं तो गब्बर सिंह आ जाएगा। बच गया साला।